ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਭਾਰਤ ਦੇ ਵਿੱਚ ਦੋ ਸੰਮਤ ਇਸ ਵੇਲੇ ਚੱਲ ਰਹੇ ਹਨ। ਇੱਕ ਨੂੰ ਕਹਿੰਦੇ ਬਿਕਰਮੀ ਸੰਮਤ, ਇੱਕ ਹੈ ਸਨ। ਜਿਹੜਾ ਸਨ ਹੈ 2021, ਹੁਣ ਸਨ ਚੱਲ ਰਿਹਾ 2021। ਇਹਦਾ ਮਤਲਬ ਹੈ ਈਸਾ ਮਸੀਹ ਨੂੰ 2021 ਸਾਲ ਹੋ ਗਏ। ਜਿਹੜਾ ਸਨ ਹੈ ਅੰਗਰੇਜ਼ਾਂ ਵਾਲਾ, ਆਪਾਂ ਜਿਹਨੂੰ ਅੱਜ ਕੱਲ੍ਹ ਕਹਿੰਦੇ ਕੀ ਸਨ ਹੈ ਜੀ, ਆਪਾਂ ਕਹਿੰਦੇ 2021, 14 ਮਾਰਚ 2021। ਇਹਦਾ ਈਸਾ ਮਸੀਹ ਜੋ ਅੰਗਰੇਜ਼ਾਂ ਦੇ ਗੁਰੂ ਹੋਏ ਨੇ ਉਹਨਾਂ ਤੋਂ ਚੱਲਿਆ ਹੈ। ਜਿਹੜਾ ਹਿੰਦੂਆਂ ਦਾ ਸੰਮਤ ਹੈ ਉਹਨੂੰ ਕਹਿੰਦੇ ਨੇ ਸੰਮਤ, ਜਿਹਨੂੰ ਆਪਾਂ ਕਹਿੰਦੇ ਦੇਸੀ ਸਾਲ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਸ਼ਹਿਰ ਹੈ ਉਜੈਨ। ਉਜੈਨ ਸ਼ਹਿਰ ਦੇ ਵਿੱਚ ਰਾਜਾ ਬਿਕਰਮਾਦਿੱਤ ਹੋਇਆ। ਉਹ ਬਹੁਤ ਧਾਰਮਿਕ ਰਾਜਾ ਸੀ, ਬੜਾ ਵਧੀਆ ਰਾਜਾ ਸੀ। ਉਹਦੇ ਤੋਂ ਫਿਰ ਇਹ ਬਿਕਰਮੀ ਸੰਮਤ ਚੱਲਿਆ। ਜਿਹੜਾ ਸਨ ਅਤੇ ਸੰਮਤ ਦੇ ਵਿੱਚ ਪੌਣੇ 57 ਸਾਲ ਦਾ ਫਰਕ ਹੈ। ਸੰਮਤ ਜਿਹਨੂੰ ਦੇਸੀ ਸਾਲ ਕਹਿੰਦੇ ਨੇ, ਇਹ ਅੰਗਰੇਜ਼ੀ ਸਾਲ ਨਾਲੋਂ ਪੌਣੇ 57 ਸਾਲ ਅੱਗੇ ਹੈ। ਜਿਹੜਾ ਅੰਗਰੇਜ਼ੀ ਸਾਲ ਹੈ ਉਹ 1 ਜਨਵਰੀ ਨੂੰ ਚੜ੍ਹਦਾ ਹੈ। ਇਹ ਜਿਹੜਾ ਦੇਸੀ ਸਾਲ ਹੈ ਇਹ ਤਕਰੀਬਨ 14 ਮਾਰਚ, ਜਿਸ ਦਿਨ ਚੇਤਰ ਦੀ ਸੰਗਰਾਂਦ ਹੁੰਦੀ, ਚੇਤ ਮਹੀਨੇ ਚੜ੍ਹਦਾ ਹੈ, ਉਹਦੇ ਹੁੰਦਾ। ਜਿਵੇਂ ਉਹ ਸਭ ਤੋਂ ਪਹਿਲਾਂ ਅੰਗਰੇਜ਼ੀ ਦਾ ਸਭ ਤੋਂ ਪਹਿਲਾ ਮਹੀਨਾ ਜਨਵਰੀ ਹੈ, 1 ਜਨਵਰੀ ਤੋਂ ਨਵਾਂ ਸੰਨ ਚੜ੍ਹਦਾ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਸੰਮਤ ਹੈ ਇਹ ਪਹਿਲਾ ਮਹੀਨੇ ਦਾ ਹੁੰਦਾ ਚੇਤਰ, ਇਹ 1 ਚੇਤਰ ਨੂੰ ਚੜ੍ਹਦਾ ਹੈ। ਇਸ ਦਿਨ ਦਾ ਦੋਨਾਂ ਦਾ ਪੌਣੇ 57 ਸਾਲ ਦਾ ਫਰਕ ਹੈ। ਸੰਮਤ ਸਨ ਜਿਹੜਾ ਬਿਕਰਮਾਦਿੱਤ ਤੋਂ ਚੱਲਿਆ, ਉਹ ਅੰਗਰੇਜ਼ੀ ਸੰਮਤ ਨਾਲੋਂ ਪੌਣੇ 57 ਸਾਲ ਅੱਗੇ ਹੈ। ਉਹ ਹੁਣ ਹੋ ਗਿਆ 2178। ਉਹ ਹੈ 2021, ਇਹ ਹੈ 2078, 57 ਸਾਲ ਐਡਵਾਂਸ ਹੈ। ਅੰਗਰੇਜ਼ੀ ਸਨ ਚੱਲ ਰਿਹਾ ਅੱਜ ਕੱਲ੍ਹ 2021, ਜਿਵੇਂ ਅੱਜ 14 ਮਾਰਚ 2021 ਹੈ ਨਾ। ਇਸ ਤਰ੍ਹਾਂ ਜਿਹੜਾ ਸੰਮਤ ਹੈ ਦੇਸੀ ਸਾਲ ਹੈ ਉਹ 1 ਚੇਤਰ ਅਤੇ 2078 ਚੱਲ ਰਿਹਾ ਹੈ, ਕਿਉਂਕਿ 57 ਸਾਲ ਐਡਵਾਂਸ ਹੈ। 57 ਦੇ ਵਿੱਚ 21 ਜੋੜੀਏ ਤਾਂ ਕਿੰਨੇ ਹੋ ਗਏ? 78। ਇਸ ਲਈ 2078 ਸਨ ਦੇਸੀ ਚੱਲ ਰਿਹਾ। ਪੰਚਮ ਪਾਤਸ਼ਾਹ ਨੇ ਅਤੇ ਗੁਰੂ ਨਾਨਕ ਦੇਵ ਜੀ ਨੇ ਦੋਨਾਂ ਨੇ 12 ਮਾਹ ਲਿਖੇ ਨੇ। 12 ਹਿੰਦੀ ਦਾ ਸ਼ਬਦ ਹੈ, ਜਿਹਨੂੰ ਪੰਜਾਬੀ ਕਹਿੰਦਾ 12। ਮਾਹ ਫਾਰਸੀ ਦਾ ਸ਼ਬਦ ਹੈ ਮਹੀਨੇ। 12 ਮਾਹ 12 ਮਹੀਨਿਆਂ ਵਾਲਾ। ਸੋ ਆਮ ਤੋਂ ਜਿਹੜੇ ਸੰਗਰਾਂਦ ਹੈ ਇਹਦੀ ਬਹੁਤ ਮਹਾਨਤਾ ਗਿਣੀ ਗਈ ਹੈ। ਹੁਣ ਤਾਂ ਸਿੱਖ ਧਰਮ ਦੇ ਵਿੱਚ ਸਾਰੇ ਦਿਨ ਹੀ ਚੰਗੇ ਨੇ। ਆਮ ਕਹਤਾ ਹੈ ਬੁੱਧ ਕੰਮ ਸੁੱਧ, ਇਸ ਨਾਲ ਕੋਈ ਨਾ ਇੱਕ ਐਵੇਂ ਕਵਿਤਾ ਜੋੜੀ ਹੁੰਦੀ ਹੈ। ਸਿੱਖ ਧਰਮ ਕਹਿੰਦਾ ਵੀ ਜਿਸ ਦਿਨ ਤੁਸੀਂ ਨਾਮ ਜਪਿਆ, ਬਾਣੀ ਪੜ੍ਹੀ, ਉਹੀ ਸ਼ੁਭ ਦਿਨ ਹੈ। ਜਿਸ ਦਿਨ ਤੁਸੀਂ ਬਾਣੀ ਨਹੀਂ ਪੜ੍ਹੀ, ਨਾਮ ਨਹੀਂ ਜਪਿਆ, ਉਹੀ ਤੁਹਾਡੇ ਲਈ ਭੈੜਾ ਦਿਨ ਹੈ। ਸੋ ਅੱਜ ਸੰਗਰਾਂਦ ਦਾ ਦਿਨ ਹੈ। ਆਪਾਂ ਨੇ ਫਿਰ ਜਿਹੜਾ ਕਥਾ ਕਰਨੀ ਹੈ, ਸਫਾ ਹੈਗਾ 133। ਜਿਨ੍ਹਾਂ ਕੋਲ ਪੋਥੀਆਂ ਨੇ ਜਾਂ ਮੋਬਾਈਲ ਤੋਂ ਹੈ, ਉਹ 133 ਸਫਾ ਕਰ ਲਓ।
ਇੰਗਲਿਸ਼ ਪੇਜ ਕਹਿੰਦੇ ਨੇ, ਉਰਦੂ ਵਾਲੇ ਪੰਜਾਬੀ ਵਾਲੇ ਸਾਰੇ ਸਫਾ ਕਹਿੰਦੇ ਨੇ, ਗੁਰਬਾਣੀ ਅਨੁਸਾਰ ਇਹਨੂੰ ਅੰਗ ਕਹਿੰਦੇ ਨੇ, ਹਿੰਦੀ ਵਾਲੇ ਇਸਨੂੰ ਅੰਕ ਕਹਿੰਦੇ ਨੇ। ਸੋ 133 ਅੰਗ 'ਤੇ ਹੈ। ਇੱਕ ਉੱਪਰੋਂ ਪੈਰਾ ਛੱਡ ਕੇ ਨਵਾਂ ਪੈਰਾ ਜਦੋਂ ਸ਼ੁਰੂ ਹੁੰਦਾ ਹੈ। ਹੈਡਿੰਗ ਹੈ 12 ਮਾਹ। 12 ਮਾਹ। ਮਾਝ ਮਹਿਲਾ ਪੰਜਵਾਂ, ਘਰ ਚੌਥਾ। ਇਹ ਜਿਹੜੀ 12 ਮਾਹ ਬਾਣੀ ਹੈ, ਇਹ ਮਾਝ ਰਾਗ ਦੇ ਵਿੱਚ ਹੈ। ਪੰਚਮ ਪਾਤਸ਼ਾਹ ਨੇ ਲਿਖੀ ਹੋਈ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਇਹ ਖਿਆਲ ਰੱਖਣਾ, ਸਾਮ ਬੋਲਣਾ ਨੂੰ ਸ਼ਾਮ ਨਹੀਂ ਬੋਲ ਦੇਣਾ। ਸਾਮ ਦਾ ਸ਼ਰਨ। ਚਾਰ ਕੁੰਟ ਦਹ ਦਿਸ ਭ੍ਰਮੇ। ਦਹ ਦੇ ਦੋ ਚਾਰਨ ਹੁੰਦੇ ਨੇ। ਦਹ ਮੈਨੇ 10, ਦਹ ਇਹਨੂੰ ਦਹ ਵੀ ਬੋਲਦੇ ਮਿੱਦੀ ਲਾ ਕੇ ਵੀ, ਅਰਥ 10 ਹੀ ਹੈ। ਚਾਰ ਕੁੰਟ ਦਹ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਧੇਨ ਦੁਧੈ ਤੇ ਬਾਹਰੀ। ਹਿੰਦੀ ਕਹਿੰਦੇ ਨੇ ਧੇਨੂ, ਲਿਖਿਆ ਹਿੰਦੀ ਦੀ ਤਰ੍ਹਾਂ ਹੀ ਹੈ, ਤਾਂ ਦੇ ਔਂਕੜ ਪਾਇਆ ਹੋਇਆ। ਹਿੰਦੀ 'ਚ ਗਊ ਨੂੰ ਕੀ ਕਹਿੰਦੇ ਨੇ? ਧੇਨੂ। ਪਰ ਗੁਰਬਾਣੀ ਦੇ ਨਿਯਮ ਅਨੁਸਾਰ ਨੰਨੇ ਨੂੰ ਔਂਕੜ ਨਹੀਂ ਬੋਲਦਾ, ਇਸ ਲਈ ਆਪਾਂ ਪੜ੍ਹਨਾ ਧੇਨ। ਹੈ ਤਾਂ ਉਚਾਰ ਤਾਂ ਹਿੰਦੀ 'ਚ ਹੈ ਧੇਨ, ਧੇਨੂ। ਆਪਾਂ ਨੂੰ ਪੰਜਾਬੀ ਤਰ੍ਹਾਂ ਕਰ ਲਿਆ ਧੇਨ। ਆਪਾਂ ਜਿਵੇਂ ਹਿੰਦੀ ਵਾਲੇ ਕਹਿੰਦੇ ਭਰਾ, ਭਾਈ, ਆਪਾਂ ਨੂੰ ਕਹਿੰਦੇ ਭਰਾ, ਭਾਈ, ਇਸ ਤਰ੍ਹਾਂ ਬੋਲਦੇ। ਧੇਨ ਦੁਧੈ ਤੇ ਬਾਹਰੀ, ਕਿਤੇ ਨਾ ਆਵੈ ਕਾਮ। ਜਲ ਬਿਨ ਸ਼ਾਖ। ਇਹਨੂੰ ਸ਼ਾਖ ਪੜ੍ਹਦੇ, ਸੱਸੇ ਦੇ ਪੈਰ ਬਿੰਦੀ ਲਾ ਕੇ ਫਸਲ ਨੂੰ ਕਹਿੰਦੇ ਨੇ। ਜਲ ਬਿਨ ਸ਼ਾਖ ਕੁਮਲਾਵਤੀ, ਉਪਜੇ ਨਾਹੀ ਦਾਮ। ਹਰ ਨਾਹ ਨਾ ਮਿਲੀਐ ਸਾਜਨੇ। ਇਹਨੂੰ ਨਾ ਨਹੀਂ ਪੜ੍ਹ ਦੇਣਾ। ਨਾ ਹੁੰਦਾ ਨਹੀਂ, ਨਾ ਹੁੰਦਾ ਪਤੀ। ਨੰਨੇ ਨੇ ਕਰਨਾ ਹਾਂ ਨੂੰ ਨਾ ਨਹੀਂ ਪੜ੍ਹਦੇ, ਨਕਰੇ ਨਹੀਂ ਬੋਲਣਾ। ਉਹ ਨਾ ਹੋ ਜਾਏਗਾ ਜਿਹਨੂੰ ਆਪਾਂ ਕਹਿੰਦੇ ਵੀ ਮੈਂ ਨਹੀਂ ਉੱਥੇ ਜਾਂਦਾ, ਨਹੀਂ ਜਿਹਨੂੰ ਕਹਿੰਦੇ ਆਪਾਂ, ਇਹ ਨਾ, ਇਹ ਪਤੀ। ਹਰ ਨਾਹ ਨ ਮਿਲੀਐ ਸਾਜਨੇ, ਕਤ ਪਾਈਐ ਬਿਸਰਾਮ। ਜਿਤ ਕਰ ਹਰ ਕੰਤ ਨਾ ਪ੍ਰਗਟੀ। ਇਹਨੂੰ ਪ੍ਰਗਟੀ ਨਹੀਂ ਪੜ੍ਹਨਾ, ਪੂਰਾ ਰਾਰਾ ਨਹੀਂ ਪੜ੍ਹਨਾ, ਪੈਰ 'ਚ ਲੱਗਿਆ ਰਾ। ਪ੍ਰਗਟੀ ਪਾਠ ਨਗਰ ਸੇ ਗ੍ਰਾਮ। ਇਹਨੂੰ ਸਰਬ ਨਹੀਂ ਪੜ੍ਹ, ਲਿਖਿਆ ਤਾਂ ਸਰਬ ਹੈ, ਪਰ ਹਿੰਦੀ 'ਚ ਸਰਬ ਨਹੀਂ ਹੁੰਦਾ, ਸਰਵ ਹੁੰਦਾ ਹਿੰਦੀ ਸ਼ਬਦ। ਸੱਸਾ ਵਾਵਾ ਉਤੇ ਰਾਰਾ। ਹਿੰਦੀ ਦਾ ਸ਼ਬਦ ਹੈ ਸਰਬ। ਉਸ ਤੋਂ ਗੁਰਬਾਣੀ ਪੰਜਾਬੀ ਬਣਾ ਲਿਆ ਸਰਬ ਬੱਬੇ ਨਾਲ। ਇਹਨੂੰ ਸਰਬ ਬੋਲਣਾ, ਸਰਬ ਨਹੀਂ ਬੋਲ ਦੇਣਾ। ਸਰਬ ਸ਼ਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। 12 ਮਹੀਨੇ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਓਅੰਕਾਰ ਦਾ ਮਤਲਬ ਪਰਮਾਤਮਾ। ਸਤਿਗੁਰ ਦਾ ਮਤਲਬ ਸਤਿਗੁਰੂ ਦੀ। ਪ੍ਰਸਾਦ ਦਾ ਮਤਲਬ ਕਿਰਪਾ ਨਾਲ ਮਿਲਦਾ ਹੈ। ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਪਰਮਾਤਮਾ ਵੀ ਕਿਰਪਾ ਨਾਲ ਹੀ ਮਿਲਦਾ। ਉਹਦੀ ਸਿੱਧੀ ਵੀ ਕਿਰਪਾ ਹੋ ਸਕਦੀ ਹੈ, ਗੁਰੂ ਰਾਹੀਂ ਵੀ ਹੋ ਸਕਦੀ ਹੈ। ਅਸੀਂ ਸਿਰਫ ਯਤਨ ਕਰਨਾ, ਅਸੀਂ ਤਾਂ ਸਿਰਫ ਸਿਮਰਨ ਕਰਨਾ।
ਕਿਰਪਾ ਗੁਰੂ ਮਹਾਰਾਜ ਜਾਂ ਪਰਮਾਤਮਾ ਨੇ ਕਰਨੀ। ਕਿਰਪਾ ਹੋਵੇਗੀ ਤਾਂ ਮੇਲ ਹੋਵੇਗਾ, ਨਹੀਂ ਤਾਂ ਜਿੰਨਾ ਮਰਜ਼ੀ ਸਿਮਰਨ ਕਰਦੇ ਰਹੋ, ਜਿੰਨੀ ਮਰਜ਼ੀ ਬਾਣੀ ਪੜ੍ਹਦੇ ਰਹੋ, ਜਿੰਨੇ ਸਾਲ ਜਿੰਨੇ ਜਨਮ ਮਰਜ਼ੀ ਪੜ੍ਹਦੇ ਰਹੋ, ਪ੍ਰਾਪਤੀ ਉਦੋਂ ਹੋਣੀ ਹੈ ਜਦੋਂ ਕਿਰਪਾ ਹੋਣੀ ਹੈ। ਇਸ ਲਈ ਸਾਫ਼ ਹੀ ਲਿਖਦਾ ਕਿ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਹੁਣ ਪੰਚਮ ਪਾਤਸ਼ਾਹ ਕਹਿੰਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਹੁੰਦਾ ਕੀਤੇ ਹੋਏ, ਕੀਤੇ ਹੋਏ ਕਰਮਾਂ ਕਾਰਨ ਅਸੀਂ ਪਰਮਾਤਮਾ ਤੋਂ ਵਿਛੜ ਗਏ। ਦੋ ਪ੍ਰਕਾਰ ਦੇ ਕਰਮ ਹੁੰਦੇ ਨੇ। ਇੱਕ ਤੇ ਉਹ ਨੇ ਜਿਹੜੇ ਪਰਮਾਤਮਾ ਦੀ ਮਰਜ਼ੀ ਅਨੁਸਾਰ ਅਸੀਂ ਕਰਦੇ ਹਾਂ, ਉਹਨਾਂ ਨਾਲ ਤੇ ਸਾਡਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਜਿਹੜੇ ਕਰਮ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ, ਉਹ ਸਾਨੂੰ ਪਰਮਾਤਮਾ ਤੋਂ ਵਿਛੋੜ ਦਿੰਦੇ ਹਨ। ਕਿਉਂਕਿ ਪਰਮਾਤਮਾ ਕਹਿੰਦਾ, ਭਾਈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਰਮਾਤਮਾ ਕਹਿੰਦਾ, ਹੇ ਇਨਸਾਨ, ਜਦ ਤੂੰ ਪੈਦਾ ਹੋਇਆ ਨਾ, ਮੈਂ ਤੇਰੇ ਨਾਲ ਹੀ ਲਿਖਤਾ ਕਿ ਤੂੰ ਮੇਰੇ ਹੁਕਮ ਅਨੁਸਾਰ ਚੱਲਣਾ ਹੈ। ਇਹ ਮਨੁੱਖ ਪਰਮਾਤਮਾ ਦੇ ਹੁਕਮ ਅਨੁਸਾਰ ਚੱਲਦਾ ਨਹੀਂ, ਆਪਣੀ ਮਰਜ਼ੀ ਕਰਦਾ, ਇਸ ਲਈ ਉਸ ਤੋਂ ਵਿਛੜ ਜਾਂਦਾ। ਉਸ ਤੋਂ ਵਿਛੜ ਕੇ ਫਿਰ ਇਹ ਦੁੱਖ ਪਾਉਂਦਾ ਹੈ। ਤਾਂ ਗੁਰੂ ਮਹਾਰਾਜ ਕਿਰਤ ਕਰਮ ਕੇ ਵਿਛੜੇ। ਹੈ ਪਰਮਾਤਮਾ, ਅਸੀਂ ਆਪਣੇ ਕੀਤੇ ਕਰਮਾਂ ਕਾਰਨ ਤੇਰੇ ਤੋਂ ਵਿਛੜ ਗਏ ਹਾਂ। ਦੋ ਹੀ ਕਰਮ ਨੇ, ਸ਼ੁਭ ਅਤੇ ਅਸ਼ੁਭ। ਜੇ ਤੇ ਸ਼ੁਭ ਕਰਮ ਕਰਦੇ ਰਹਾਂਗੇ, ਨਾਮ ਜਪਦੇ ਰਹਾਂਗੇ, ਪਰਮਾਤਮਾ ਨਾਲ ਮੇਲ ਹੋ ਜਾਏਗਾ। ਜੇ ਆਪਣੀ ਮਰਜ਼ੀ ਕੀਤੀ ਤਾਂ ਫਿਰ ਉਸ ਤੋਂ ਵਿਛੋੜਾ ਪੈ ਜਾਂਦਾ। ਸਾਡੇ ਕੀਤੇ ਹੋਏ ਕਰਮਾਂ ਕਾਰਨ ਹੀ ਅਸੀਂ ਪਰਮਾਤਮਾ ਤੋਂ ਵਿਛੜ ਗਏ ਹਾਂ। ਕਿਰਤ ਕਰਮ ਕੇ ਵਿਛੜੇ। ਅਸੀਂ ਕੀਤੇ ਹੋਏ ਪਿਛਲੇ ਜਨਮਾਂ ਜੋ ਅਸੀਂ ਕਰਮ ਕੀਤੇ, ਉਹਨਾਂ ਕਾਰਨ ਹੈ ਪਰਮਾਤਮਾ ਅਸੀਂ ਤੇਰੇ ਤੋਂ ਗਏ ਵਿਛੜ। ਕਰ ਕਿਰਪਾ ਮੇਲੋ ਰਾਮ। ਹੈ ਪਰਮਾਤਮਾ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣੇ ਨਾਲ ਮਿਲਾ ਲਓ। ਉਹਦੀ ਕਿਰਪਾ ਤੋਂ ਬਿਨਾਂ ਅਸੀਂ ਉਸ ਨਾਲ ਨਹੀਂ ਮਿਲ ਸਕਦੇ। ਇਹ ਖਿਆਲ ਰੱਖਣਾ। ਉਹਦੀ ਕਿਰਪਾ ਹੋਏਗੀ ਤਾਂ ਮੇਲ ਹੁੰਦਾ ਹੈ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਸਾਮ ਹੁੰਦਾ ਸ਼ਰਨ। ਚਾਰ ਕੁੰਟ, ਕੁੰਟ ਹੁੰਦੀਆਂ ਦਿਸ਼ਾਵਾਂ, ਪੂਰਬ, ਪੱਛਮ, ਉੱਤਰ, ਦੱਖਣ। ਆਪ ਜੀ ਸਾਰੇ ਜਾਣਦੇ, ਚਾਰ ਦਿਸ਼ਾਵਾਂ ਜਾਂ ਚਾਰ ਪਾਸੇ। ਇਹਨੂੰ ਦਿਸ਼ਾਵਾਂ ਕਹਿ ਲਓ, ਚਾਹੇ ਚਾਰ ਪਾਸੇ ਕਹਿ ਲਓ। ਦਹਿ ਦਿਸ, 10 ਦਿਸ਼ਾਵਾਂ ਵੀ ਨੇ। ਚਾਰ ਤੇ ਹੋ ਗਈਆਂ ਪੂਰਬ, ਪੱਛਮ, ਉੱਤਰ, ਦੱਖਣ। ਤੇ ਹੁਣ ਬਾਕੀ ਚਾਰ ਰਹਿ ਗਈਆਂ ਉੱਤਰ, ਪੂਰਬ, ਪੱਛਮ, ਉੱਤਰ, ਦੱਖਣ। ਉੱਤਰ ਅਤੇ ਪੱਛਮ ਦੇ ਵਿਚਾਲਾ ਜਿਹੜਾ ਹਿੱਸਾ ਹੈ, ਇੱਕ ਦਿਸ਼ਾ ਉਹ ਹੋ ਗਈ। ਇਸ ਤਰ੍ਹਾਂ ਦੂਜੇ ਦੋ ਦਿਸ਼ਾਵਾਂ ਦੇ ਵਿਚਾਲੇ ਜਿਹੜਾ ਹਿੱਸਾ ਹੈ ਉਹ ਹੋ ਗਈ। ਚਾਰ ਦਿਸ਼ਾਵਾਂ ਸਨ, ਜਿਹੜਾ ਵਿੱਚ ਉਹਨਾਂ ਦਾ ਹਿੱਸਾ ਸੀ ਵਿਚਾਲਾ, ਇੱਕ ਇੱਕ ਉਹ ਹੋ ਗਏ, 8 ਹੋ ਗਈਆਂ। ਇੱਕ ਧਰਤੀ 9, ਇੱਕ ਆਕਾਸ਼ 10। ਇਸ ਤਰ੍ਹਾਂ ਚਾਰ ਵੱਡੀਆਂ ਦਿਸ਼ਾਵਾਂ ਨੇ। ਇਹ 10 ਫਿਰ ਸਾਰੇ ਛੋਟੀਆਂ ਰਲਾ ਕੇ ਹੋ ਜਾਂਦੀਆਂ ਹਨ। ਇਸ ਲਈ ਭਾਵ ਸਾਰੇ ਪਾਸੇ। ਚਾਰ ਕੁੰਟ ਦਹਿ ਦਿਸ ਭ੍ਰਮੇ। ਭ੍ਰਮੇ ਹੁੰਦਾ ਭਟਕਣਾ। ਚਾਰਾਂ ਦਿਸ਼ਾਵਾਂ 'ਚ, 10 ਦਿਸ਼ਾਵਾਂ 'ਚ ਭਟਕ ਭਟਕ ਕੇ ਥੱਕ ਗਏ। ਆਏ ਪ੍ਰਭ ਕੀ ਸਾਮ। ਅਸੀਂ ਹੁਣ ਪਰਮਾਤਮਾ ਦੀ ਸ਼ਰਨ ਵਿੱਚ ਆ ਗਏ ਹਾਂ। ਵੀ ਨਹੀਂ ਗੱਲ ਬਣਦੀ। ਸਾਰੇ ਪਾਸੇ ਭਟਕ ਭਟਕ ਕੇ ਵੇਖ ਲਿਆ ਵੀ ਕਿਸੇ ਤਰ੍ਹਾਂ ਪਰਮਾਤਮਾ ਨਾਲ ਮੇਲ ਹੋ ਜੇ, ਨਹੀਂ ਹੁੰਦਾ। ਇਸ ਲਈ ਹੇ ਪਰਮਾਤਮਾ, ਅਸੀਂ ਥੱਕ ਹਾਰ ਕੇ ਹੁਣ ਤੇਰੀ ਸ਼ਰਨ ਵਿੱਚ ਆ ਗਏ ਹਾਂ। ਕਿਉਂ ਪਤਾ ਲੱਗ ਗਿਆ ਵੀ ਉਹਦੀ ਕਿਰਪਾ ਹੋਊਗੀ ਤਾਂ ਮੇਲ ਹੋਣਾ। ਵਿਛੜਦਾ ਬੰਦਾ ਆਪਣੇ ਕਰਮਾਂ ਕਾਰਨ ਹੈ, ਮੇਲ ਉਹਦੀ ਕਿਰਪਾ ਨਾਲ ਹੁੰਦਾ।
ਇਹ ਖਿਆਲ ਰੱਖ। ਮਨੁੱਖ ਪਰਮਾਤਮਾ ਤੋਂ ਵਿਛੜਦਾ ਆਪਣੇ ਮਾੜੇ ਕਰਮਾਂ ਕਾਰਨ। ਮੇਲ ਉਹਦੇ ਨਾਲ ਹੁੰਦਾ ਉਹਦੀ ਕਿਰਪਾ ਨਾਲ। ਜਿਵੇਂ ਦੁਆਪਰ ਯੁੱਗ ਸੀ, ਹੁਣ ਮਹਾਭਾਰਤ ਦਾ ਯੁੱਧ ਹੋਣਾ। ਅਰਜਨ ਦੇਖਿਆ ਵੀ ਕੈਰਵਾਂ ਵਾਲੇ ਪਾਸੇ ਤਾਂ ਸਾਡੇ ਸਾਰੇ ਰਿਸ਼ਤੇਦਾਰ ਨੇ। ਉਹ ਹਥਿਆਰ ਸੁੱਟ ਕੇ ਬਹਿ ਗਿਆ, ਕਹਿੰਦਾ ਵੀ ਮੈਂ ਨਹੀਂ ਲੜਦਾ, ਮੈਂ ਆਪਣੇ ਰਿਸ਼ਤੇਦਾਰ ਨਾਲ ਕਾਹਦਾ ਲੜਾਂ। ਕ੍ਰਿਸ਼ਨ ਮਹਾਰਾਜ ਨੇ ਉਹਨੂੰ ਸਮਝਾਇਆ ਵੀ ਤੂੰ ਹੈ ਫੌਜੀ, ਤੂੰ ਹੈ ਕਸ਼ਤਰੀ। ਆਪਾਂ ਪੰਜਾਬੀ ਕਹਿੰਦੇ ਖੱਤਰੀ, ਹਿੰਦੀਆਂ ਕਹਿੰਦੇ ਕਸ਼ਤਰੀ, ਸਿੱਧਾ ਸ਼ਬਦ ਹੈ ਫੌਜੀ। ਫੌਜੀ ਦਾ ਕੰਮ ਹੈ ਦੁਸ਼ਮਣ ਨਾਲ ਲੜਨਾ, ਚਾਹੇ ਦੁਸ਼ਮਣ ਸਾਹਮਣੇ ਰਿਸ਼ਤੇਦਾਰ ਹੋਵੇ, ਆਪਣੀ ਜਾਤ ਦਾ ਹੋਵੇ, ਆਪਣੀ ਧਰਮ ਦਾ ਹੋਵੇ, ਆਪਣੇ ਕੌਮ ਦਾ ਭਾਵੇਂ ਹੋਵੇ। ਹੁਣ ਮੰਨ ਲਓ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਲੜਾਈ ਹੁੰਦੀ ਹੈ। ਇੱਧਰ ਵੀ ਮੁਸਲਮਾਨ ਫੌਜੀ ਵਿੱਚ ਹੈਗੇ, ਉੱਧਰ ਦੇ ਸਾਰੇ ਮੁਸਲਮਾਨ ਨੇ। ਹੁਣ ਜੇ ਇੱਧਰ ਵਾਲੇ ਮੁਸਲਮਾਨ ਫੌਜੀ ਕਦੇ ਨਹੀਂ ਸੋਚਣਗੇ ਕਿ ਉੱਧਰ ਵੀ ਮੁਸਲਮਾਨ ਨੇ, ਅਸੀਂ ਨਹੀਂ ਲੜਦੇ, ਉਹਦੇ ਲੜਦੇ। ਮੰਨ ਲਓ ਇੱਧਰ ਵੀ ਸਿੱਖ ਹੋਣਾ ਅਤੇ ਦੂਜੇ ਦੇਸ਼ 'ਚ ਵੀ ਸਿੱਖ ਹੋਣਾ ਫੌਜ 'ਚ, ਲੜਾਈ ਹੋ ਪਈ ਹੈ, ਫਿਰ ਨਾ ਇੱਧਰ ਦੇ ਸਿੱਖਾਂ ਨੇ ਸੋਚਣਾ ਕਿ ਸਾਡੀ ਕੌਮ ਦੇ ਨੇ, ਅਤੇ ਨਾ ਉਹਨਾਂ ਸੋਚਣਾ। ਉਹਨਾਂ ਕਹਿਣਾ ਇਹਨਾਂ ਸਾਡੇ 'ਤੇ ਹਮਲਾ ਕੀਤਾ, ਸਾਡੇ ਦੁਸ਼ਮਣ ਹਨ, ਬਸ। ਅਤੇ ਕ੍ਰਿਸ਼ਨ ਮਹਾਰਾਜ ਨੇ ਕਿਹਾ ਵੀ ਇਹ ਤੇਰੇ ਦੁਸ਼ਮਣ ਨੇ, ਤੂੰ ਹੈ ਕਸ਼ਤਰੀ, ਤੇਰਾ ਕੰਮ ਹੈ ਆਪਣੇ ਦੁਸ਼ਮਣਾਂ ਨਾਲ ਲੜਨਾ। ਬਾਕੀ ਰਹੀ ਜਿੱਤ ਹਾਰ, ਉਹ ਤਾਂ ਮੇਰੇ ਹੱਥ 'ਚ ਹੈ। ਹੇ ਅਰਜਨ, ਜਿੱਤ ਹਾਰ ਤੇਰੇ ਹੱਥ 'ਚ ਨਹੀਂ ਹੈ, ਉਹ ਤਾਂ ਮੇਰੇ ਹੱਥ 'ਚ ਹੈ। ਮੈਂ ਦੇਖਣਾ ਕਿਹਨੂੰ ਜਿਤਾਉਣਾ ਅਤੇ ਕਿਹਨੂੰ ਹਰਾਉਣਾ, ਤੇਰਾ ਕੰਮ ਤਾਂ ਲੜਨਾ ਹੈ। ਇਸ ਲਈ ਅਸੀਂ ਤਾਂ ਸਿਮਰਨ ਕਰੀ ਜਾਣਾ, ਸ਼ੁਭ ਕਰਮ ਕਰੀ ਜਾਣਾ, ਇਹਦੀ ਕਿਰਪਾ ਤਾਂ ਪਰਮਾਤਮਾ ਨੇ ਕਰਨੀ ਹੈ। ਸਾਡੇ ਵੱਸ 'ਚ ਨਹੀਂ ਪਰਮਾਤਮਾ ਨੂੰ ਮਿਲਣਾ, ਉਸ ਤੋਂ ਵਿਛੜਨਾ ਤਾਂ ਸਾਡੇ ਵੱਸ 'ਚ ਹੈ। ਮਾੜੇ ਕੰਮ ਕਰੋ, ਵਿਛੜ ਜਾਓਗੇ। ਮਾੜੇ ਕੰਮ ਕਰਾਂਗੇ, ਉਸ ਤੋਂ ਵਿਛੜੇ ਤਾਂ ਹੋਏ ਹੀ ਹਾਂ। ਹੁਣ ਉਹਦੇ ਨਾਲ ਮਿਲਣਾ ਹੈ, ਮਿਲਾਪ ਜਾਂ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ। ਤਾਂ ਕਦੇ ਸ਼ਰਨ 'ਚ ਆ ਗਏ ਅਸੀਂ, ਪਤਾ ਲੱਗ ਗਿਆ ਵੀ ਇਹਦੇ ਬਿਨਾਂ ਨਹੀਂ ਸਰਦਾ। ਧੇਨ ਦੁਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਧੇਨ ਗਾਂ ਨੂੰ ਕਹਿੰਦੇ ਨੇ, ਹਿੰਦੀ ਕਹਿੰਦੇ ਧੇਨੂ। ਜੇ ਕੋਈ ਹਿੰਦੀ ਵਾਲਾ ਪੜ੍ਹ ਰਿਹਾ ਹੁੰਦਾ, ਉਹਨੇ ਪੜ੍ਹਨਾ ਧੇਨੂ ਦੁਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ, ਉਹਨੇ ਧੇਨੂ ਕਹਿਣਾ ਸੀ ਉਸਨੂੰ। ਗੁਰਬਾਣੀ ਅਨੁਸਾਰ ਨੰਨੇ ਨੌਕੜ ਨਹੀਂ ਬੋਲਦਾ, ਇਸ ਲਈ ਆਪਾਂ ਪੜ੍ਹਨਾ ਧੇਨ। ਧੇਨ ਹੁੰਦੀ ਗਊ। ਧੇਨ ਦੁਧੈ ਤੇ ਬਾਹਰੀ, ਬਾਹਰੀ ਮੈਨੇ ਬਿਨਾਂ। ਉਹ ਗਾਂ ਜਿਹੜੀ ਦੁੱਧ ਨਹੀਂ ਦਿੰਦੀ, ਕਿਤੇ ਨਾ ਆਵੇ ਕੰਮ, ਉਹ ਕਿਸੇ ਕੰਮ ਦੀ ਨਹੀਂ, ਉਹ ਕਿਸੇ ਕੰਮ ਦੀ। ਅਲੱਗ ਦੇ ਗਾਂ ਦੇ ਨਵੇਂ ਦੁੱਧ ਹੁੰਦੀ ਨਹੀਂ, ਇਹਨੂੰ ਰੱਖ ਕੇ ਕੀ ਕਰੀਏ? ਨਹੀਂ ਤਾਂ ਕੱਢਦੇ ਘਰੋਂ ਡੰਡਾ ਮਾਰ ਕੇ। ਯੂਪੀ 'ਚ ਨਹੀਂ ਤੁਸੀਂ ਕੱਢ ਸਕਦੇ। ਤੁਹਾਡੇ ਕੋਲ ਕਿੰਨੇ ਡੰਗਰ ਨੇ, ਉਹ ਰਜਿਸਟਰਡ ਨੇ ਥਾਣੇ, ਉਹਦਾ ਸਰਪੰਚ ਕੋਲ ਵੀ ਹੈਗਾ, ਰਿਕਾਰਡ ਹੈ, ਅਤੇ ਕਿੰਨੇ ਡੰਗਰ ਨੇ। ਕਦੇ ਵੀ ਚੈੱਕ ਕੀਤਾ ਜਾ ਸਕਦਾ। ਤੁਹਾਡੇ ਕੋਲ 5 ਡੰਗਰ ਸਨ, ਹੁਣ 4 ਹੈਗੇ, ਇੱਕ ਕਿੱਥੇ ਗਿਆ? ਕਿੱਥੇ ਗਿਆ? ਜੇ ਤੁਸੀਂ ਵੇਚਿਆ ਤੁਹਾਨੂੰ ਰਸੀਦ ਰੱਖਣੀ ਪੈਣੀ, ਅਸੀਂ ਫਲਾਣੇ ਨੂੰ ਫਲਾਣੇ ਦਿਨ ਇੰਨੇ ਦਾ ਵੇਚਿਆ ਸੀ। ਜਾਂ ਜੇ ਮਰ ਗਿਆ ਹੈ ਤਾਂ ਫਿਰ ਜਿਹੜਾ ਸਰਪੰਚ ਆਊਗਾ, ਫੋਟੋ ਖਿੱਚਣਗੇ, ਰਿਕਾਰਡ ਰੱਖਣਗੇ, ਫਲਾਣੇ ਦਾ ਇੱਕ ਡੰਗਰ ਮਰ ਗਿਆ ਹੈ। ਇਸ ਲਈ ਉੱਥੇ ਕੋਈ ਵੱਛੀ, ਕੋਈ ਗਾਂ ਨੂੰ ਛੱਡ ਨਹੀਂ ਸਕਦਾ। ਇਸ ਲਈ ਯੂਪੀ 'ਚ ਕਿਸੇ ਵੀ ਸੜਕ 'ਤੇ ਤੁਹਾਨੂੰ ਗਊ ਫਿਰਦੀ ਹੋਈ ਨਹੀਂ ਦਿਸੇਗੀ, ਨਾ ਵੱਛੀ ਨਾ ਗਊ, ਨੋ, ਉੱਥੇ ਫਿਰਦੇ ਨਹੀਂ। ਤੁਸੀਂ ਛੱਡੇ ਨਹੀਂ ਅਤੇ ਤੁਹਾਡੇ 'ਤੇ ਮੁਕੱਦਮਾ ਚੱਲਿਆ ਨਹੀਂ। ਉਹ ਦੁੱਧ ਦਿੰਦੀ ਹੈ ਚਾਹੇ ਨਹੀਂ ਦਿੰਦੀ। ਮੇਰੇ ਭਾਣਜੇ ਕੋਲ ਗਊ ਹੈ, 2 ਸਾਲ ਹੋ ਗਏ, ਨਵੇਂ ਦੁੱਧ ਹੋਈ ਨਹੀਂ, ਫੰਡ ਰਹੀ ਹੈ, ਪਾ ਰਿਹਾ ਪੱਠੇ। ਇੱਥੇ ਉਹਦਾ ਕਦੇ 2 ਮਾਰ ਸੀ, ਡੰਡੇ ਘਰੋਂ ਕੱਢ ਦੇਣੀ ਸੀ, ਕੱਢਦੇ ਕਿ ਨਹੀਂ? ਪਰ ਉੱਥੇ ਕਾਨੂੰਨ ਹੈ, ਉਹ ਜਿੰਨਾ ਚਿਰ ਮਰ ਨਹੀਂ ਜਾਂਦੀ ਉਹ ਰੱਖਣੀ ਪੈਣੀ ਹੈ। 5 ਸਾਲ 10 ਸਾਲ ਜਿੰਨੀ ਉਮਰ ਉਹਨੇ ਭੋਗਣੀ, ਉਹਨੇ ਪੱਠੇ ਪਾਉਣੇ ਹੀ ਪੈਣੇ ਉਸਨੂੰ।
ਦੁੱਧ ਤਾਂ ਹੁਣ ਤਾਂ ਮਜਬੂਰੀ ਹੈ ਵੀ ਛੱਡ ਨਹੀਂ ਸਕਦੇ, ਹੁਣ ਦੁੱਧ ਦਿੰਦੇ ਨਹੀਂ, ਕਿਸ ਕੰਮ ਹੈ? ਕੀ ਕੰਮ? ਦੇਣ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕੰਮ। ਜਿਹੜੀ ਗਾਂ ਦੁੱਧ ਨਹੀਂ ਨਾ ਦਿੰਦੀ ਉਹ ਤੇ ਕਿਸੇ ਕੰਮ ਦੀ ਨਹੀਂ ਹੈ। ਜਲ ਬਿਨ ਸ਼ਾਖ ਕੁਮਲਾਵਤੀ ਨੂੰ ਪੜ੍ਹਨਾ। ਸ਼ਾਖ ਫਸਲ ਨੂੰ ਕਹਿੰਦੇ ਨੇ, ਸ਼ਾਖ ਦਰਖਤ ਦੀ ਟਹਿਣੀ ਨੂੰ ਵੀ ਕਹਿੰਦੇ ਨੇ, ਇੱਥੇ ਫਸਲ ਤੋਂ ਮਤਲਬ। ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਦਾਮ ਹੁੰਦਾ ਦਮੜੇ, ਰੁਪਈਏ, ਪੈਸੇ। ਪਾਣੀ ਤੋਂ ਬਿਨਾਂ ਫਸਲ ਸੁੱਕ ਜਾਂਦੀ ਹੈ, ਫਿਰ ਉਹ ਤੋਂ ਪੈਸੇ ਕੋਈ ਨਹੀਂ ਮਿਲਦੇ। ਫਸਲ ਸੁੱਕ ਗਈ ਹੈ, ਹੋਣੀ ਨਹੀਂ, ਅਤੇ ਮਾਇਆ ਕਿੱਥੋਂ ਮਿਲਣੀ? ਕਹਿੰਦੇ ਜਿਵੇਂ ਦੁੱਧ ਤੋਂ ਬਿਨਾਂ ਗਊ ਕਿਸੇ ਕੰਮ ਦੀ ਨਹੀਂ ਹੁੰਦੀ, ਪਾਣੀ ਤੋਂ ਬਿਨਾਂ ਫਸਲ ਵੀ ਕਿਸੇ ਕੰਮ ਦੀ ਨਹੀਂ। ਕਿਉਂ? ਜੇ ਪਾਣੀ ਨਹੀਂ ਮਿਲਿਆ ਫਸਲ ਨੇ ਸੁੱਕ ਜਾਣਾ, ਫਿਰ ਉਸ ਤੋਂ ਕੋਈ ਨਾ ਵੈਸੇ ਉਹਨੂੰ ਵੇਚ ਸਕਦੇ ਹਾਂ, ਨਾ ਸਾਨੂੰ ਕੁਛ ਤੋਂ ਕੋਈ ਪੈਸਾ ਮਿਲਣਾ ਹੈ। ਸਮਝਾ ਰਹੇ ਨੇ ਵੀ ਜਿਵੇਂ ਗਾਂ ਦੁੱਧ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ, ਇਸ ਤਰ੍ਹਾਂ ਬੰਦਾ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ। ਫਸਲ ਪਾਣੀ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ, ਇਸ ਤਰ੍ਹਾਂ ਬੰਦਾ ਵੀ ਨਾਮ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ। ਹਰ ਨਾਹ ਨ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ। ਹਰੀ ਜੋ ਸਾਡਾ ਪਤੀ ਹੈ, ਅਸੀਂ ਧਰਮ ਅਨੁਸਾਰ ਚਾਹੇ ਦੇਖਣ ਨੂੰ ਬੰਦੇ ਹਾਂ ਚਾਹੇ ਔਰਤਾਂ ਹਾਂ, ਅਸੀਂ ਸਾਰੀਆਂ ਪਤਨੀਆਂ ਹਾਂ। ਸਾਡਾ ਪਤੀ ਇੱਕ ਪਰਮਾਤਮਾ ਹੀ ਸਭ ਦਾ ਹੈ, ਸਭ ਦਾ ਪਤੀ ਪਰਮਾਤਮਾ ਹੈ, ਅਸੀਂ ਉਹਦੀਆਂ ਪਤਨੀਆਂ ਹਾਂ। ਹਰ ਨਾਹ ਨ ਮਿਲੀਐ ਸਾਜਨ। ਪ੍ਰਭੂ ਪਤੀ ਜੋ ਕਿ ਸੱਜਣ ਹੈ ਉਹ ਮਿਲ ਨਹੀਂ ਰਿਹਾ, ਅਤੇ ਫਿਰ ਉਸ ਜਨਾਨੀ ਦੇ ਜੀਵਨ ਕੀ ਸੋਹ? ਉਹ ਔਰਤ ਜਿਸ ਨੂੰ ਪਤੀ ਹੀ ਨਹੀਂ ਮਿਲ ਰਿਹਾ ਅਤੇ ਫਿਰ ਉਹਦਾ ਜੀਵਨ ਵਿਅਰਥ ਹੈ ਨਾ। ਇਸੇ ਤਰ੍ਹਾਂ ਕਤ ਪਾਈਐ ਵੀ ਕਿਸ ਤਰ੍ਹਾਂ ਉਸ ਨੂੰ ਆਰਾਮ ਮਿਲ ਸਕਦਾ ਹੈ। ਵਿਸਰਾਮ ਮੈਨੇ ਆਰਾਮ, ਕਤ ਬਣੇ ਕਿਸ ਤਰ੍ਹਾਂ। ਹਰ ਰਾਹ ਨਾ ਮਿਲੀਐ ਸਾਜਨ। ਹਰੀ ਪਤੀ ਜਿਹੜਾ ਹੈ, ਜੋ ਸੱਜਣ ਹੈ, ਉਹ ਮਿਲ ਨਹੀਂ ਰਿਹਾ, ਇਸ ਲਈ ਕਤ ਪਾਈਐ ਵਿਸਰਾਮ। ਇਸ ਲਈ ਸਾਡੇ ਮਨ ਨੂੰ ਆਰਾਮ ਕਿਵੇਂ ਆਵੇ, ਮਨ ਸ਼ਾਂਤ ਕਿਵੇਂ ਹੋਵੇ। ਜਿਤ ਘਰ ਹਰ ਕੰਤਨਾ ਪ੍ਰਗਟੀ, ਪਾਠ ਨਗਰ ਸੇ ਗ੍ਰਾਮ। ਜਿਸ ਘਰ ਦੇ ਵਿੱਚ, ਭਾਵ ਜਿਸ ਹਿਰਦੇ ਦੇ ਵਿੱਚ ਹਰੀ ਜੋ ਪਤੀ ਹੈ ਉਹ ਪ੍ਰਗਟ ਹੀ ਨਹੀਂ ਹੋ ਰਿਹਾ। ਆਪਾਂ ਪਾਠ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਅੰਦਰ ਪਰਮਾਤਮਾ ਪ੍ਰਗਟ ਹੀ ਨਹੀਂ ਹੋ ਰਿਹਾ। ਹੁਣ ਜਿੰਨਾ ਚਿਰ ਉਹ ਪ੍ਰਗਟ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕੋਈ ਉਸ ਤੋਂ ਲਾਭ ਨਹੀਂ ਉਠਾ ਸਕਦੇ। ਅਸੀਂ ਉਹਨਾਂ ਚਿਰ ਉਸ ਤੋਂ ਕੋਈ ਲਾਭ ਨਹੀਂ ਉਠਾ ਸਕਦੇ। ਕਈ ਵਾਰੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ ਕਿ ਜਦੋਂ ਦੀ ਪਰਮਾਤਮਾ ਨੇ ਬਨਸਪਤੀ ਬਣਾਈ ਹੈ, ਦਰਖਤ ਬਣਾਏ ਨੇ, ਅੱਗ ਤਾਂ ਉਦੋਂ ਦੀ ਹੈ ਨਾ, ਪਰ ਆਪਾਂ ਨੂੰ ਲੱਖਾਂ ਸਾਲਾਂ ਤੱਕ ਪਤਾ ਹੀ ਨਹੀਂ ਲੱਗਾ। ਅੱਗ ਦੀ ਕਾਢ ਨਿਕਲੇ ਸਿਰਫ 10,000 ਸਾਲ ਹੋਏ ਨੇ ਸਿਰਫ। ਉਦੋਂ ਪਹਿਲਾਂ ਤਾਂ ਅਸੀਂ ਬਸ ਕੱਚਾ ਮਾਸ ਖਾ ਕੇ ਗੁਜ਼ਾਰਾ ਕਰਦੇ, ਡੰਗਰ ਮਾਰ ਲਿਆ, ਉਂਝ ਹੀ ਖਾ ਲਿਆ ਉਸਨੂੰ। ਅੱਜ ਤਾਂ ਜੀਵ ਲੱਗਦਾ ਕਿਵੇਂ ਖਾਂਦੇ ਹੋਣਗੇ। ਜਦੋਂ ਹੋਰ ਸਾਧਨ ਨਹੀਂ, ਕੋਈ ਨਹੀਂ ਖਾਂਦਾ, ਢਿੱਡ ਤੇ ਭਰਨਾ ਹੀ ਹੈ, ਢਿੱਡ ਤੇ ਭਰਨਾ ਹੀ ਹੈ। ਕੱਚੇ ਖਾਂਦੇ ਹੁੰਦੇ ਸਨ, ਸਦੀਆਂ ਤੱਕ ਕੱਚਾ ਮਾਸ ਖਾ ਕੇ ਗੁਜ਼ਾਰਾ ਕਰਦੇ, ਜਾਂ ਫਲ ਖਾ ਲੈਣੇ। ਫਸਲ ਵੀ ਕੋਈ ਨਹੀਂ ਸੀ ਉਦੋਂ ਦੀ, ਫਸਲ ਦੀ ਕਾਢ ਵੀ ਕੋਈ ਨਹੀਂ ਸੀ, ਅਤੇ ਫਲ ਕਿੰਨੇ ਕੁ ਹੁੰਦੇ ਨੇ। ਇਸ ਲਈ ਅੱਗ ਤਾਂ ਸੀ, ਪਰ ਉਹ ਗੁਪਤ ਰੂਪ ਵਿੱਚ ਸੀ, ਅਸੀਂ ਉਸ ਤੋਂ ਕੋਈ ਨਾ ਫਾਇਦਾ ਉਠਾ ਸਕੇ। ਜਦੋਂ ਦੀ ਪਰਮਾਤਮਾ ਨੇ ਧਰਤੀ ਬਣਾਈ ਹੈ, ਉਦੋਂ ਦਾ ਹੀ ਇਹਦੇ 'ਚ ਪਾਣੀ ਹੈ। ਧਰਤੀ ਦੇ ਹੇਠਾਂ ਪਾਣੀ ਨਹੀਂ, ਧਰਤੀ ਦੇ ਵਿੱਚ ਵੀ ਪਾਣੀ ਹੈ। ਧਰਤੀ ਜਿਹੜੀ ਜੇ ਆਪਾਂ ਇੱਥੋਂ ਬੋਰ ਕਰਨ ਲੱਗੇ ਨਾ, ਦੂਜੇ ਪਾਸੇ ਪਿੱਛੇ ਬਾਹਰਲੇ ਪਾਸੇ ਜੋ ਬੋਰ ਨਿਕਲੇਗਾ ਉਹ ਹੈ 12,000 ਮੀਲ।
12,000 ਮੀਲ ਬੋਰ ਕਰਨਾ ਪਏਗਾ ਤਾਂ ਦੂਜੇ ਪਾਸੇ ਅਮਰੀਕਾ ਨਿਕਲੇਗਾ, ਜੇ ਬੋਰ ਕਰਦੇ। ਇੰਨੀ ਮੋਟੀ ਧਰਤੀ ਹੈ। ਜਿਸ ਧਰਤੀ ਤੁਸੀਂ ਬੈਠੇ ਹੋ ਨਾ, ਇਹ ਕੋਈ ਪਤਲੀ ਨਹੀਂ ਹੈ। ਇਹ 12,000 ਕਿਲੋਮੀਟਰ ਮੋਟੀ ਹੈ। ਇਹ ਨਹੀਂ ਮੋਟੀ। ਇਹਦੇ ਵਿੱਚ ਪਾਣੀ ਹੈ, ਇਹਦੇ ਵਿੱਚ ਖਣਿਜ ਪਦਾਰਥ ਨੇ, ਤੇਲ ਹੈ, ਬੜਾ ਕੁਛ ਇਹਦੇ ਵਿੱਚ। ਖੈਰ, ਜਿੰਨਾ ਚਿਰ ਮਨੁੱਖ ਨੂੰ ਗਿਆਨ ਨਹੀਂ ਸੀ, ਪਾਣੀ ਅੰਦਰ ਗੁਪਤ ਰੂਪ ਸੀ, ਅਸੀਂ ਉਹਦਾ ਕੋਈ ਫਾਇਦਾ ਨਾ ਉਠਾ ਸਕੇ। ਕੋਈ ਨਲਕਾ ਨਾ ਲਾ ਸਕੇ, ਕੋਈ ਖੂਹ ਨਾ ਲਾ ਸਕੇ। ਨਹਿਰਾਂ ਦਾ ਪਾਣੀ ਪੀਂਦੇ ਤੇ ਛੱਪੜਾਂ ਦਾ ਪਾਣੀ ਪੀਂਦੇ, ਮੀਂਹ ਵਾਲਾ ਜਾਂ ਟੋਬਿਆਂ ਦਾ ਜਾਂ ਸਰੋਵਰਾਂ ਦਾ, ਇਸ ਤੋਂ ਪਾਣੀ ਪੀਂਦੇ ਸੀ। ਜਦੋਂ ਫਿਰ ਪ੍ਰਗਟ ਕਰ ਲਿਆ, ਫਿਰ ਦੇਖੋ ਕਿੰਨੇ ਫਾਇਦੇ ਹੋ ਗਏ। ਇਸ ਤਰ੍ਹਾਂ ਜਿੰਨਾ ਚਿਰ ਪਰਮਾਤਮਾ ਪ੍ਰਗਟ ਨਹੀਂ ਨਾ ਅੰਦਰ ਹੁੰਦਾ, ਉਨਾ ਚਿਰ ਅਸੀਂ ਉਸ ਤੋਂ ਪੂਰਾ ਲਾਭ ਨਹੀਂ ਉਠਾ ਸਕਦੇ। ਇਸ ਲਈ ਕਹਿੰਦੇ, ਜਿਤ ਘਰ ਹਰ ਕੰਤ ਨਾ ਪ੍ਰਗਟੇ। ਜਿਸ ਘਰ ਵਿੱਚ ਭਾਵ ਜਿਸ ਹਿਰਦੇ ਵਿੱਚ ਹਰੀ ਜੋ ਕਿ ਪਤੀ ਹੈ, ਉਹ ਪ੍ਰਗਟ ਹੀ ਨਹੀਂ ਹੁੰਦਾ। ਭਾਠ ਨਗਰ ਸੇ ਗ੍ਰਾਮ, ਨਗਰ ਬਣੇ ਸ਼ਹਿਰ, ਗ੍ਰਾਮ ਬਣੇ ਪਿੰਡ। ਇੱਕ ਤਾਂ ਭੱਠ ਹੁੰਦਾ, ਭੱਠੀ ਦਾਣੇ ਭੁੰਨਣ ਵਾਲੀ ਜਿਹੜੀ ਹੈ। ਇੱਥੇ ਅਰਥ ਹੈ ਵਿਅਰਥ। ਇੱਥੇ ਭੱਠ ਦਾ ਅਰਥ ਹੈ ਵਿਅਰਥ। ਐਵੇਂ ਹੀ ਕਦੇ ਭੱਠ ਝੋਕਦੇ ਰਹੇ, ਪਰ ਵਿਅਰਥ ਕੰਮ ਕਰਦੇ ਰਹੇ। ਜਿਸ ਘਰ ਦੇ ਵਿੱਚ ਭਾਵ ਜਿਸ ਹਿਰਦੇ ਦੇ ਵਿੱਚ ਪਰਮਾਤਮਾ ਪਤੀ ਪ੍ਰਗਟ ਹੀ ਨਹੀਂ ਹੋਇਆ, ਉਹ ਫਿਰ ਤੁਸੀਂ ਚਾਹੇ ਸ਼ਹਿਰ 'ਚ ਰਹਿ ਰਹੇ ਹੋ ਅਤੇ ਚਾਹੇ ਪਿੰਡ 'ਚ ਰਹਿ ਹੋ, ਉਹ ਤਾਂ ਵਿਅਰਥ ਹੈ। ਉਹ ਜੀਵਨ ਹੀ ਵਿਅਰਥ ਹੈ। ਭਾਵੇਂ ਸ਼ਹਿਰ 'ਚ ਰਹਿ ਰਹੇ ਹੋ ਅਤੇ ਭਾਵੇਂ ਪਿੰਡ 'ਚ ਰਹਿ ਰਹੇ ਹੋ, ਜੇ ਪਰਮਾਤਮਾ ਨਹੀਂ ਪ੍ਰਗਟ ਹੋਇਆ ਤਾਂ ਕਹਿੰਦੇ। ਕਿਉਂਕਿ ਜਿਹੜਾ ਸਦੀਵੀ ਸੁੱਖ ਹੈ, ਨਾਮ ਜਪਣ ਨਾਲ ਥੋੜ੍ਹੀ ਦੇਰ ਦਾ ਸੁੱਖ ਮਿਲੇਗਾ। ਬਾਣੀ ਪੜ੍ਹਨ ਨਾਲ, ਨਾਮ ਜਪਣਾ ਥੋੜ੍ਹੀ ਦੇਰ ਦਾ ਸੁੱਖ ਮਿਲਦਾ। ਜੇ ਸਾਨੂੰ ਸਦੀਵੀ ਸੁੱਖ ਚਾਹੀਦਾ, ਫਿਰ ਪਰਮਾਤਮਾ ਜਦੋਂ ਪ੍ਰਗਟ ਹੋ ਜਾਏਗਾ ਨਾ, ਫਿਰ ਸਦੀਵੀ ਸੁੱਖ ਮਿਲੇਗਾ। ਫਿਰ ਸਦੀਵੀ ਸੁੱਖ ਮਿਲੇਗਾ। ਇਸ ਲਈ ਕਹਿੰਦੇ, ਜੇ ਪਰਮਾਤਮਾ ਜੋ ਸਾਡਾ ਪਤੀ ਹੈ, ਉਹ ਅੰਦਰ ਪ੍ਰਗਟ ਹੀ ਨਹੀਂ ਹੋਇਆ, ਅਤੇ ਫਿਰ ਭਾਵੇਂ ਹੋਵੇ ਸ਼ਹਿਰ ਅਤੇ ਗ੍ਰਾਮ, ਭਾਵੇਂ ਹੋਵੇ ਪਿੰਡ, ਉਹ ਸਭ ਵਿਅਰਥ ਹੈ। ਉਹ ਭੱਠੀ ਦੀ ਨਿਆਈ ਹੈ, ਸਭ ਵਿਅਰਥ ਹੈ। ਸਰਬ ਸ਼ਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਉਹ ਤੇ ਬੜੇ ਸਾਰੇ ਸ਼ਿੰਗਾਰ ਕੀਤੇ, ਸਰਬ ਮੈਨੇ ਸਾਰੇ। ਕੋਈ ਸਾਰੇ ਸ਼ਿੰਗਾਰ ਕਰੇ, ਤੰਬੋਲ ਪਾਨ ਖਾਏ। ਪਹਿਲਾਂ ਪਾਨ ਖਾਣ ਦਾ ਰਿਵਾਜ਼ ਹੁੰਦਾ ਸੀ। ਰੋਟੀ ਤੋਂ ਬਾਅਦ ਖਾਣ ਨੂੰ ਪਾਨ ਦਿੰਦੇ ਵੀ ਰੋਟੀ ਹਜ਼ਮ ਹੋ ਜਾਏ। ਮੁਸਲਮਾਨ ਹੀ ਕੌਮ ਹੈ, ਇਹ ਜ਼ਿਆਦਾ ਪਾਨ ਖਾਂਦੀ, ਬਾਕੀ ਕੌਮਾਂ 'ਤੇ ਘੱਟ ਖਾਂਦੀਆਂ। ਜਾਂ ਯੂਪੀ ਵਾਲੇ, ਇਹ ਵੀ ਕਈ ਵਾਰੀ ਨਾ ਪਾਨ ਜਾਂ ਜਰਦਾ ਮੂੰਹ 'ਚ ਪਾਈ ਰੱਖਦੇ ਹਨ। ਸਿੱਖ ਕੌਮ ਮੈਨੂੰ ਤਾਂ ਬਚੀ ਹੋਈ ਹੈ, ਪਰ ਇਹਨਾਂ ਦੀ ਸੰਗਤ ਕਰਕੇ ਕਈ ਸਿੱਖਾਂ 'ਚ ਵੀ ਜਿੰਨਾ ਮੂੰਹ ਸਿਰ ਮਨਾਇਆ ਹੁੰਦਾ, ਉਹ ਜਿਹੜਾ ਜਰਦਾ ਖਾਣ ਲੱਗ ਜਾਂਦੇ, ਪਾਨ ਖਾਣ ਲੱਗ ਜਾਂਦੇ। ਸੋ ਕਹਿੰਦੇ, ਸਾਰੇ ਸ਼ਿੰਗਾਰ ਕੀਤੇ, ਪਾਨ ਦਾ ਰਸ ਖਾਦ ਪੀਤਾ। ਸਣ ਦੇਹੀ, ਸਣ ਮੈਨੇ ਸਮੇਤ, ਸਣ ਦੇਹੀ ਸਭ ਖਾਮ, ਖਾਮ ਦਾ ਨਾਸ਼ਵਾਨ। ਨਾ ਸਰੀਰ ਨੇ ਰਹਿਣਾ ਅਤੇ ਨਾ ਇਹ ਸ਼ਿੰਗਾਰ ਨੇ ਰਹਿਣਾ, ਅਤੇ ਨਾ ਜੋ ਜੀਵ ਦੇ ਰਸ ਲਈ ਤੰਬੋਲ ਖਾਧਾ, ਨਾ ਉਹਨੇ ਰਹਿਣਾ। ਕਿਉਂਕਿ ਨਾਮ ਜਪਿਆ ਨਹੀਂ, ਪਰਮਾਤਮਾ ਪ੍ਰਗਟ ਹੋਇਆ ਨਹੀਂ, ਇਸ ਲਈ ਇਹ ਦੇਹੀ ਵੀ ਵਿਅਰਥ, ਅਤੇ ਇਸ ਦੇਹੀ ਨਾਲ ਜਿਹੜੇ ਫਿਰ ਹਾਰ ਸ਼ਿੰਗਾਰ ਕੀਤੇ, ਉਹ ਵੀ ਵਿਅਰਥ। ਸਣ ਦਾ ਸਮੇਤ, ਸਮੇਤ ਦੇਹੀ ਦੇ ਇਹ ਸਾਰੇ ਸ਼ਿੰਗਾਰ, ਇਹ ਤੰਬੋਲ, ਇਹ ਸਾਰੇ ਖਾਮ ਹਨ, ਨਾਸ਼ਵਾਨ ਹਨ। ਖਾਮ ਮਨੇ ਨਾਸ਼ਵਾਨ, ਜੋ ਸਦਾ ਨਹੀਂ ਰਹਿਣੇ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਹੇ ਪਰਮਾਤਮਾ, ਹੇ ਸੁਆਮੀ, ਹੇ ਕੰਤ, ਤੇਰੇ ਤੋਂ ਬਿਨਾ, ਵਿਹੂਣੀ ਬਿਨਾ, ਤੇਰੇ ਤੋਂ ਬਿਨਾ। ਹੇ ਪਰਮਾਤਮਾ, ਜੇ ਪ੍ਰਭ ਭੱਬੇ ਨੂੰ ਔਕੜ ਹੁੰਦਾ, ਫਿਰ ਤਾਂ ਪਰਮਾਤਮਾ ਹੋਣਾ ਸੀ। ਜੇ ਨਾਮ ਦਾ ਹੁੰਦਾ, ਹੇ ਪਰਮਾਤਮਾ। ਜਿਵੇਂ ਨਾਨਕ ਹੈ, ਨਾਨਕ ਦੇ 3 ਸਪੈਲਿੰਗ ਨੇ ਗੁਰਬਾਣੀ 'ਚ।
ਨੰਨੇ ਨੂੰ ਕੰਨਾ ਨੰਨਾ ਕੱਕਾ, ਇੱਕ ਹੈ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ, ਇੱਕ ਹੈ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ। ਉਚਾਰਨ ਤਿੰਨਾਂ ਦਾ ਨਾਨਕ ਹੈ, ਪਰ ਜਿਹੜਾ ਔਂਕੜ ਤੋਂ ਬਿਨਾਂ ਨਾਨਕ ਉਹਦਾ ਮਤਲਬ ਹੇ ਨਾਨਕ। ਜਿਹੜਾ ਔਂਕੜ ਵਾਲਾ ਨਾਨਕ ਹੈ ਉਹਦਾ ਮਤਲਬ ਨਾਨਕ, ਅਤੇ ਜਿਹੜਾ ਸਿਹਾਰੀ ਵਾਲਾ ਉਹਦਾ ਮਤਲਬ ਨਾਨਕ ਨੇ। ਅਰਥਾਂ 'ਚ ਇਹਨਾਂ ਦੇ ਫਰਕ ਹੈ, ਉਚਾਰਨ ਇੱਕੋ ਹੈ। ਇਸ ਲਈ ਪ੍ਰਭ ਭੱਬੇ ਦੇ ਠੌਂਕੜ ਨਹੀਂ, ਇਹਦਾ ਮਤਲਬ ਹੇ ਪਰਮਾਤਮਾ, ਹੇ ਸੁਆਮੀ, ਹੇ ਕੰਤ, ਤੇਰੇ ਤੋਂ ਬਿਨਾਂ ਵਿਹੂਣੀ ਆ, ਤੇਰੇ ਤੋਂ ਬਿਨਾਂ ਮੀਤ ਸੱਜਣ ਸਭ ਜਾਮ। ਇਹ ਜਿਹੜੇ ਮਿੱਤਰ ਨੇ, ਜਿਹੜੇ ਸੱਜਣ ਨੇ, ਇਹ ਤਾਂ ਸਾਰੇ ਮੈਨੂੰ ਐਂ ਲੱਗਦੀ ਜਿਵੇਂ ਜੰਮ ਹੁੰਦੇ ਨੇ, ਜਮਦੂਤ ਹੁੰਦੇ ਨੇ, ਪਰ ਮੈਨੂੰ ਇਹਨਾਂ ਦਾ ਕੋਈ ਲਾਭ ਨਹੀਂ ਹੈ। ਹੁਣ ਮੰਨ ਲਓ ਪਤੀ ਹੀ ਨਹੀਂ ਮਿਲ ਰਿਹਾ ਹੈ, ਔਰਤ ਹੈ, ਉਹਦਾ ਪਤੀ ਉਹਨੂੰ ਛੱਡ ਦਿੰਦਾ ਹੈ, ਉਹ ਫਿਰ ਉਹਦੇ ਲਈ ਜੀਵਨ ਕਿਤਨਾ ਔਖਾ ਹੁੰਦਾ ਹੈ। ਇਸ ਤਰ੍ਹਾਂ ਜਦੋਂ ਪਰਮਾਤਮਾ ਨਹੀਂ ਮਿਲਦਾ ਤਾਂ ਪਰਮਾਤਮਾ ਪਤੀ ਤੋਂ ਬਿਨਾਂ ਜਿਹੜੀ ਜੀਵ ਇਸਤਰੀ ਹੈ ਉਹਨੂੰ ਐਂ ਲੱਗਦਾ ਮੇਰੇ ਜਿਹੜੇ ਸੱਜਣ ਮਿੱਤਰ ਨੇ ਇਹ ਤਾਂ ਕੋਈ ਸੱਜਣ ਮਿੱਤਰ ਨਹੀਂ, ਇਹ ਤਾਂ ਜਿਵੇਂ ਜੰਮ ਚੰਬੜੇ ਹੋਏ ਨੇ, ਇਸ ਤਰ੍ਹਾਂ ਨੇ। ਆਪਣੇ ਵੀ ਬੇਗਾਨੇ ਲੱਗਣ ਲੱਗ ਜਾਂਦੇ ਹਨ। ਇਸ ਲਈ ਤਾਂ ਹੀ ਕਹਿੰਦੇ ਨੇ ਪਤੀ ਦੀ ਕੋਈ ਥਾਂ ਨਹੀਂ ਲੈ ਸਕਦਾ ਅਤੇ ਪਤਨੀ ਦੀ ਵੀ ਹੋਰ ਕੋਈ ਥਾਂ ਨਹੀਂ ਲੈ ਸਕਦਾ। ਹੁਣ ਜਿਨ੍ਹਾਂ ਦੇ ਮਾਂ ਪਿਓ, ਮੰਨ ਲਓ ਲੜਕੀ ਦੀ ਹੋ ਰਹੀ ਸ਼ਾਦੀ, ਬਾਪ ਸਵਰਗਵਾਸ ਹੋ ਗਿਆ ਹੈ, ਅਰਦਾਸ ਵਾਲਾ ਕਹਿੰਦਾ ਭਾਈ ਲੜਕੀ ਦੇ ਮਾਤਾ ਪਿਤਾ ਅਤੇ ਲੜਕੇ ਦੇ ਮਾਤਾ ਪਿਤਾ ਖੜ੍ਹੇ ਹੋ ਜਾਓ, ਬਾਕੀ ਬੈਠੇ ਰਹੋ। ਅਰਦਾਸ ਹੁੰਦੀ। ਹੁਣ ਲੜਕੀ ਦਾ ਪਿਤਾ ਹੈ ਨਹੀਂ, ਉਸ ਵੇਲੇ ਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ ਵੀ ਜੇ ਕਿਤੇ ਮੇਰਾ ਪਿਤਾ ਜਿਉਂਦਾ ਹੁੰਦਾ, ਉਹ ਫਿਰ ਖੜ੍ਹਾ ਹੁੰਦਾ ਹੈ ਅਰਦਾਸ 'ਚ। ਇਸੇ ਤਰ੍ਹਾਂ ਹੀ ਕਈ ਵਾਰੀ ਐਸੇ ਮੌਕੇ ਹੁੰਦੇ ਨੇ ਕਿ ਫਿਰ ਪਤੀ ਜਾਂ ਪਤਨੀ ਬਹੁਤ ਯਾਦ ਆਉਂਦੇ ਨੇ ਕਿ ਜੇ ਅੱਜ ਹੁੰਦਾ ਜਾਂ ਹੁੰਦੀ। ਇਸ ਕਰਕੇ ਫਿਰ ਜਿਹੜਾ ਨਹੀਂ ਨਾ ਹੈ, ਉਹ ਕਹਿੰਦੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਕਹਿੰਦੇ ਐਂ ਲੱਗਦੇ ਨੇ ਜਿਵੇਂ ਜੰਮ ਹੁੰਦੇ ਨੇ, ਕਿਉਂਕਿ ਪ੍ਰਭੂ ਪਤੀ ਹੀ ਨਹੀਂ ਹੈ ਮਿਲ ਰਿਹਾ। ਵਿਛੋੜਾ 'ਚ ਪੈ ਗਿਆ, ਵਿਛੋੜੇ 'ਚ ਕੋਈ ਚੰਗਾ ਨਹੀਂ ਲੱਗਦਾ ਹੈ। ਵਿਛੋੜੇ ਤਾਂ ਰੋਟੀ ਨਹੀਂ ਚੰਗੀ ਲੱਗਦੀ। ਮੰਨ ਲਓ ਅਚਾਨਕ ਤੁਸੀਂ ਬਾਜ਼ਾਰ ਗਏ, ਤੁਹਾਡਾ ਬੱਚਾ ਉੱਥੇ ਗੁਆਚ ਗਿਆ ਹੈ, ਤੁਹਾਨੂੰ ਪਿਆਸ ਲੱਗੀ ਸੀ ਬਹੁਤ, ਪਰ ਤੁਹਾਨੂੰ ਪਿਆਸ ਵੀ ਭੁੱਲ ਜਾਏਗੀ। ਪਾਣੀ ਵੀ ਨਹੀਂ ਚੰਗਾ ਲੱਗੇ ਕਿਉਂਕਿ ਬੱਚਾ ਨਹੀਂ ਲੱਭ ਰਿਹਾ ਹੈ। ਬਾਜ਼ਾਰ ਦੀ ਕੋਈ ਵੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗੀ ਕਿਉਂਕਿ ਬੱਚਾ ਨਹੀਂ ਲੱਭ ਰਿਹਾ, ਬੱਚਾ ਗੁਆਚ ਗਿਆ ਹੈ। ਉਦੋਂ ਅਵਸਥਾ ਵੇਖਣ ਵਾਲੀ ਹੁੰਦੀ ਹੈ ਵੀ ਕੀ ਬੀਤਦੀ ਹੈ। ਰਾਤ ਨੂੰ ਨੀਂਦਾਂ ਨਹੀਂ ਆਉਂਦੀਆਂ ਵੀ ਬੱਚਾ ਗੁਆਚ ਗਿਆ, ਲੱਭ ਨਹੀਂ ਰਿਹਾ ਹੈ। ਕਦੇ ਕਿਸੇ ਨੂੰ ਟੈਲੀਫੋਨ ਕਰ, ਕਦੇ ਕਿਸੇ ਨੂੰ ਕਰਾਇਆ, ਕਦੇ ਥਾਣੇ ਜਾ ਕੇ ਰਿਪੋਰਟ ਲਿਖਾ, ਕਦੇ ਦੋਸਤਾਂ ਮਿੱਤਰਾਂ ਨੂੰ ਕਹਿ। ਇਸ ਤਰ੍ਹਾਂ ਵਿਛੋੜਾ ਹੈ ਜਿਹੜਾ ਪਤੀ ਤੋਂ, ਕਹਿੰਦਾ ਉਦੋਂ ਤਾਂ ਸਾਰੇ ਰਿਸ਼ਤੇਦਾਰ ਵੀ ਐਂ ਲੱਗਦੇ ਨੇ ਜਿਵੇਂ ਜੰਮ ਹੁੰਦੇ ਨੇ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਗੁਰੂ ਮਹਾਰਾਜ ਕਹਿੰਦੇ ਸਾਡੀ ਤੇ ਬੇਨਤੀ ਹੈ ਕਿ ਹੇ ਪਰਮਾਤਮਾ ਸਾਡੇ 'ਤੇ ਕਰੋ ਕਿਰਪਾ ਅਤੇ ਸਾਨੂੰ ਨਾਮ ਦੀ ਦਾਤ ਬਖਸ਼ੋ। ਕਿਉਂ ਪਤਾ ਹੈ ਨਾ ਵੀ ਪਰਮਾਤਮਾ ਨਾਲ ਮੇਲ ਨਾਮ ਰਾਹੀਂ ਹੋਣਾ ਹੈ। ਨਾਮ ਸਾਧਨ ਹੈ, ਪਰਮਾਤਮਾ ਨਾਲ ਮੇਲ ਕਰਾਉਣ ਦਾ ਸਾਧਨ ਨਾਮ ਹੈ, ਅਤੇ ਨਾਮ ਨਾ ਜਪਣਾ ਪਰਮਾਤਮਾ ਵਿਛੋੜੇ ਦਾ ਕਾਰਨ ਹੈ। ਆਪਣੀ ਮਰਜ਼ੀ ਕੀਤੀ, ਨਾਮ ਨਹੀਂ ਜਪਿਆ, ਪਰਮਾਤਮਾ ਨੇ ਸਾਨੂੰ ਆਪਣੇ ਘਰੋਂ ਕੱਢ ਤਾ, ਦੌੜ ਜਾ। ਵੀ ਮੈਂ ਜੇ ਤੇਰੀ ਡਿਊਟੀ ਲਾਈ ਸੀ ਵੀ ਤੂੰ ਨਾਮ ਜਪਣਾ, ਤੂੰ ਨਾਮ ਤਾਂ ਜਪੇ ਹੀ ਨਹੀਂ ਹੈਗਾ। ਤਾਂ ਹੁਣ ਬੇਨਤੀ ਕਰਦੇ ਨੇ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਨਾਨਕ ਦੀ ਬੇਨਤੀ ਹੈ ਕਿ ਹੇ ਪਰਮਾਤਮਾ ਮੇਰੇ 'ਤੇ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਧਾਮ ਘਰ ਨੂੰ ਕਹਿੰਦੇ ਨੇ, ਗੁਰਧਾਮ। ਗੁਰਧਾਮਾਂ ਦੀ ਯਾਤਰਾ 'ਤੇ ਚੱਲਿਆ ਜੀ, ਗੁਰੂ ਘਰਾਂ ਦੀ। ਗੁਰੂ ਘਰ ਨੂੰ ਕੀ ਗੁਰਧਾਮ ਵੀ ਕਹਿੰਦੇ ਨੇ। ਧਾਮ ਹੁੰਦਾ ਜਿੱਥੇ ਕੋਈ ਵਸਦਾ ਹੈ ਘਰ।
ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਉਹ ਪਰਮਾਤਮਾ ਜਿਹਦਾ ਘਰ ਸਦਾ ਰਹਿਣ ਵਾਲਾ ਹੈ, ਨਿਹਚਲ ਸਦਾ ਰਹਿਣ ਵਾਲਾ, ਤਾਂ ਹੀ ਉਹਦਾ ਨਾਂ ਸੱਚਖੰਡ ਹੈ। ਸੱਚ ਬਨੇ ਸਦਾ ਰਹਿਣ ਵਾਲਾ। ਖੰਡ ਹੁੰਦਾ ਧਰਤੀ ਦਾ ਟੁਕੜਾ, ਧਰਤੀ ਦਾ ਉਹ ਟੁਕੜਾ ਜਿਹੜਾ ਸਦਾ ਰਹਿਣ ਵਾਲਾ, ਉਹਨੂੰ ਸੱਚਖੰਡ ਕਹਿੰਦੇ ਨੇ। ਬਾਕੀ ਧਰਮ ਕਹਿੰਦਾ, ਬਾਕੀ ਸਾਰਾ ਸਮਾਂ ਪਾ ਕੇ ਇਹ ਨਾਸ ਹੋ ਸਕਦਾ ਹੈ। ਪਰਮਾਤਮਾ ਜਿੱਥੇ ਰਹਿੰਦਾ ਹੈ ਉਹ ਅਵਿਨਾਸ਼ੀ ਜਗ੍ਹਾ ਹੈ। ਸੋ ਜਿਸ ਪਰਮਾਤਮਾ ਦਾ ਸਦਾ ਰਹਿਣ ਵਾਲਾ ਘਰ ਹੈ ਨਾ, ਹੇ ਪਰਮਾਤਮਾ, ਹੇ ਸੁਆਮੀ, ਮੈਨੂੰ ਉਹਦੇ ਨਾਲ ਮਿਲਾ ਦਿਓ। ਭਾਵ ਮੈਨੂੰ ਪਰਮਾਤਮਾ ਨਾਲ ਮਿਲਾ ਦਿਓ। ਪਹਿਲਾਂ ਕਾਰਨ ਦਿੱਤਾ ਪਰਮਾਤਮਾ ਤੋਂ ਵਿਛੜਨ ਦਾ, ਕਿਰਤ ਕਰਮ। ਆਪਣੇ ਹੀ ਕੀਤੇ ਕਰਮਾਂ ਕਾਰਨ ਇਹ ਮਨੁੱਖ ਪਰਮਾਤਮਾ ਤੋਂ ਵਿਛੜ ਜਾਂਦਾ ਹੈ। ਵਿਛੋੜੇ ਦਾ ਜਦੋਂ ਦੁੱਖ ਮਹਿਸੂਸ ਕਰਦਾ ਹੈ, ਸੁੱਖ ਲਈ ਬੜੇ ਯਤਨ ਕਰਦਾ ਹੈ, ਪ੍ਰਾਪਤ ਨਹੀਂ ਹੋ ਰਿਹਾ ਸੁੱਖ। ਫਿਰ ਕੋਈ ਉਹਨੂੰ ਸਮਝਾਉਂਦਾ ਕਿ ਤੇਰੇ ਦੁੱਖ ਦਾ ਕਾਰਨ ਤੇਰੇ ਆਪਣੇ ਕੀਤੇ ਹੋਏ ਕਰਮ ਹਨ। ਉਹ ਭੈੜੇ ਕਰਮ ਕੀਤੇ ਤੂੰ, ਆਪਣੇ ਪ੍ਰਭੂ ਪਤੀ ਦੀ ਇੱਛਾ ਦੇ ਵਿਰੁੱਧ ਕਰਮ ਕੀਤੇ, ਤੂੰ ਗਿਆ ਵਿਛੜ, ਅਤੇ ਵਿਛੋੜੇ 'ਚ ਹਮੇਸ਼ਾ ਹੁੰਦਾ ਦੁੱਖ। ਤੇਰੇ ਕੋਲ ਹੈ ਤਾਂ ਸਭ ਕੁਝ, ਪਤੀ ਵੀ ਹੈ, ਪਤਨੀ ਵੀ ਹੈ, ਬੱਚੇ ਵੀ ਹਨ, ਕੋਠੀ ਵੀ ਹੈ, ਕਾਰ ਵੀ ਹੈ, ਬੈਂਕ ਬੈਲੈਂਸ ਵੀ ਹੈ, ਪਰ ਫਿਰ ਵੀ ਮਨੁੱਖ ਅੰਦਰੋਂ ਦੁਖੀ ਹੈ। ਉਹਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਸਭ ਕੁਝ ਹੈ ਫਿਰ ਮੈਂ ਦੁਖੀ ਕਿਉਂ ਹਾਂ। ਬਾਣੀ ਕਹਿੰਦੇ ਤੂੰ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ। ਉਹ ਕਹਿੰਦੇ ਜੀ ਮੈਂ ਕਿਉਂ ਵਿਛੜ ਗਿਆ, ਕਿਵੇਂ ਵਿਛੜ ਗਿਆ? ਵੀ ਤੂੰ ਪਰਮਾਤਮਾ ਦਾ ਹੁਕਮ ਨਹੀਂ ਮੰਨਿਆ, ਇਸ ਲਈ ਤੂੰ ਵਿਛੜ ਗਿਆ। ਜੇ ਕਿਵੇਂ ਮੇਲ ਹੋ ਸਕਦਾ? ਉਹ ਕਹਿੰਦਾ ਉਹਦਾ ਨਾਮ ਜਪ, ਉਹਦਾ ਨਾਮ ਜਪ। ਉਹਨੂੰ ਬੇਨਤੀ ਕਰ, ਸੱਚੇ ਪਾਤਸ਼ਾਹ ਮੇਰੇ ਤੋਂ ਹੋ ਗਈ ਗਲਤੀ, ਮੈਂ ਮਾੜੇ ਕੰਮ ਕੀਤੇ, ਤੇਰੀ ਮਰਜ਼ੀ ਨਹੀਂ ਮੰਨੀ, ਮੈਂ ਤੇਰੇ ਤੋਂ ਵਿਛੜ ਗਿਆ ਹਾਂ, ਹੁਣ ਮੇਰੇ 'ਤੇ ਕਿਰਪਾ ਕਰ, ਮੈਨੂੰ ਆਪਣੇ ਨਾਲ ਮਿਲਾ। ਸਾਧਨ ਹੈ ਨਾਮ। ਅਸੀਂ ਸ਼ੁਭ ਕਰਮ ਕਰਨੇ ਨੇ, ਨਾਮ ਜਪਣਾ ਅਤੇ ਪਰਮਾਤਮਾ ਨੂੰ ਕਿਰਪਾ ਲਈ ਬੇਨਤੀ ਕਰਦੇ ਰਹਿਣਾ। ਜਿਸ ਦਿਨ ਫਿਰ ਉਹਦੀ ਕਿਰਪਾ ਹੋ ਗਈ, ਉਸ ਦਿਨ ਪਰਮਾਤਮਾ ਨਾਲ ਮਿਲਾਪ ਹੋ ਜਾਣਾ ਹੈ। ਇਹ ਤਾਂ ਦੱਸਿਆ ਕਰਮਾਂ ਦਾ। ਹੁਣ ਜਿਹੜਾ ਅੱਜ ਮਹੀਨਾ ਚੜ੍ਹਿਆ ਚੇਤ ਦਾ, ਉਹਦੇ ਬਾਰੇ ਕਥਾ ਗੁਰੂ ਮਹਾਰਾਜ ਕਹਿੰਦੇ, ਚੇਤ ਗੋਵਿੰਦ ਅਰਾਧੀਐ, ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ, ਇਕ ਖਿਨ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ, ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨ ਆਵੇ, ਕਿਤੜਾ ਦੁਖ ਗਣਾ, ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਣਾ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਪੁਰਾਣੇ ਜ਼ਮਾਨੇ 'ਚ ਨਾ ਅੱਖਰਾਂ ਰਾਹੀਂ, ਮਹੀਨਿਆਂ ਰਾਹੀਂ, ਦਿਨਾਂ ਰਾਹੀਂ, ਥਿੱਤਾਂ ਰਾਹੀਂ ਇਸ ਤਰ੍ਹਾਂ ਕਵਿਤਾਵਾਂ ਲਿਖਿਆ ਕਰਦੇ ਸਨ, ਗੀਤ ਲਿਖਿਆ ਕਰਦੇ ਸਨ। ਹੁਣ ਇੱਥੇ ਚੇਤ ਮਹੀਨੇ ਦਾ ਮਤਲਬ, ਚੇਤ ਦਾ ਮਤਲਬ ਇਹ ਨਹੀਂ ਕਿ ਚੇਤਰ ਦੇ ਮਹੀਨੇ 'ਚ ਨਾਮ ਜਪਣਾ, ਹੋਰ ਕਿਸੇ 'ਚ ਨਹੀਂ ਜਪਣਾ। ਇਹ ਤਾਂ ਲਿਖਣ ਢੰਗ ਹੈ ਇੱਕ। ਜੋ ਗੁਰਬਾਣੀ ਦੀ ਗੱਲ ਹੁੰਦੀ ਹੈ ਨਾ, ਉਹ ਹਮੇਸ਼ਾ ਲਈ ਹੁੰਦੀ ਹੈ, ਕਿਸੇ ਇੱਕ ਦਿਨ ਜਾਂ 2 ਦਿਨ ਲਈ ਨਹੀਂ ਹੁੰਦੀ, ਕਿਸੇ ਖਾਸ ਦਿਨ ਜਾਂ ਖਾਸ ਮਹੀਨੇ ਲਈ ਨਹੀਂ ਹੁੰਦੀ, ਕਿਸੇ ਇੱਕ ਵਿਅਕਤੀ ਲਈ ਨਹੀਂ ਹੁੰਦੀ, ਸਾਰਿਆਂ ਲਈ ਹੁੰਦੀ ਹੈ ਅਤੇ ਸਾਰੇ ਸਮਿਆਂ ਲਈ ਹੁੰਦੀ ਹੈ। ਸਿਰਫ ਉਦੋਂ ਲਿਖਣ ਢੰਗ ਸੀ ਵੀ ਚੇਤ ਦਾ ਮਹੀਨਾ, ਫਿਰ ਵਿਸਾਖ ਪਾ ਲਿਆ, ਫਿਰ ਜੇਠ ਪਾ ਲਿਆ, ਇਸ ਤਰ੍ਹਾਂ 12 ਮਹੀਨਿਆਂ ਦਾ ਨਾਂ ਲੈ ਕੇ ਗੀਤ ਕਵਿਤਾ ਲਿਖਿਆ ਕਰਦੇ ਸਨ। ਸਿਰਫ ਇਹ ਨਹੀਂ ਸਮਝਣਾ ਕਿ ਅਸੀਂ ਚੇਤਰ ਦੇ ਮਹੀਨੇ 'ਚ ਹੀ ਭਜਨ ਬੰਦਗੀ ਕਰਨੀ, ਬਾਕੀ ਨਹੀਂ ਕਰਨੀ।
ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਘਣਾ ਹਿੰਦੀ ਦਾ ਸ਼ਬਦ ਬਹੁਤ ਜ਼ਿਆਦਾ। ਕਿ ਜੇ ਪਰਮਾਤਮਾ ਦੀ ਆਰਾਧਨਾ ਕੀਤੀ ਜਾਵੇ, ਜੇ ਪਰਮਾਤਮਾ ਦਾ ਨਾਮ ਜਪਿਆ ਜਾਵੇ, ਹੋਵੇ ਆਨੰਦ ਘਣਾ, ਬਹੁਤ ਕਹਿੰਦੇ ਆਨੰਦ ਪ੍ਰਾਪਤ ਹੁੰਦਾ ਹੈ। ਹੁਣ ਜਪਣਾ ਕਿਵੇਂ ਹੈ? ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਭਣਾ। ਸੰਤ ਜਨਾਂ ਨਾਲ ਮਿਲ ਕੇ ਕਹਿੰਦੇ ਨਾਮ ਜਪਣਾ। ਅਤੇ ਜਪਣਾ ਕਿਵੇਂ ਹੈ? ਰਸਨਾ ਨਾਮ ਭਣਾ। ਭਣਾ ਹੁੰਦਾ ਉਚਾਰਨਾ, ਆਪਣੀ ਰਸਨਾ ਦੇ ਨਾਲ, ਜੀਭ ਦੇ ਨਾਲ ਨਾਮ ਦਾ ਉਚਾਰਨ ਕਰਨਾ। ਜੀਭ ਦੇ ਨਾਲ ਵਾਹਿਗੁਰੂ 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 ਕਰੀ ਜਾਣੀ ਹੈ ਅਤੇ ਸੰਤਾਂ ਦੀ ਸੰਗਤ, ਸਤ ਸੰਗਤ ਕਰਨੀ। ਸੰਤ ਜਨਾਂ ਮਿਲ ਪਾਈਏ, ਇਹ ਜਿਹੜੀ ਦਾਤ ਹੈ ਨਾ ਨਾਮ ਜਪਣ ਦੀ, ਇਹ ਸਾਧੂਆਂ ਨੂੰ ਮਿਲ ਕੇ ਪ੍ਰਾਪਤ ਹੁੰਦੀ ਹੈ। ਅਤੇ ਫਿਰ ਰਸਨਾ ਦੇ ਨਾਲ ਨਾਮ ਜਪਣਾ ਹੈ। ਹੁਣ ਦੇਖੋ, ਦਰਖਤ ਹੈ, ਤੁਸੀਂ ਉਹਦੀ ਜੜ੍ਹਾਂ 'ਚ ਪਾਣੀ ਪਾਉਂਦੇ ਹੋ। ਆਪਾਂ ਜੜ੍ਹਾਂ 'ਚ ਹੀ ਪਾਣੀ ਲਾਉਣੇ ਨਾ। ਕਣਕ ਤੇ ਲੱਖ ਲੱਖ ਹੋ ਗਿਆ ਬੂਟਾ, ਪਰ ਪਾਣੀ ਤਾਂ ਆਪਾਂ ਚੱਪਾ ਚੱਪਾ ਹੀ ਪਾਉਂਦੇ ਨਾ ਬੂਟੇ ਜੜ੍ਹਾਂ 'ਚ। ਬਾਕੀ ਉਹ ਪਾਣੀ ਜੜ੍ਹ ਰਾਹੀਂ ਫਿਰ ਤਣੇ 'ਚ ਪਹੁੰਚਦਾ ਹੈ, ਤਣੇ ਤੋਂ ਫਿਰ ਟਹਿਣੀਆਂ 'ਚ ਜਾਂਦਾ, ਟਹਿਣੀਆਂ ਤੋਂ ਫਿਰ ਪੱਤਿਆਂ 'ਚ ਜਾਂਦਾ, ਪੱਤਿਆਂ ਤੋਂ ਫਿਰ ਫੁੱਲਾਂ 'ਚ ਜਾਂਦਾ, ਫੁੱਲਾਂ ਤੋਂ ਫਿਰ ਫਲ 'ਚ ਜਾਂਦਾ ਹੈ। ਪਾਣੀ ਜੜ੍ਹ 'ਚ ਪਾਇਆ, ਸਾਰੇ ਦਰਖਤ ਆਪਣੇ ਆਪ ਫੈਲ ਗਿਆ, ਆਪਣੇ ਆਪ ਫੈਲ ਗਿਆ। ਹਾਲਾਂਕਿ ਪਾਣੀ ਹੇਠਾਂ ਹੈ, ਇਹ ਫੈਲ ਉੱਪਰ ਨੂੰ ਰਿਹਾ ਹੈ। ਤਣਾ ਟਹਿਣੀਆਂ ਉੱਪਰ ਨੂੰ ਨੇ ਨਾ, ਪਾਣੀ ਦੇ ਜੜ੍ਹ 'ਚ ਪਾਇਆ, ਪਰ ਉਹ ਜੜ੍ਹਾਂ ਰਾਹੀਂ ਪਾਣੀ ਸਾਰੇ ਦਰਖਤ ਚੜਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਰਸਨਾ ਨਾਲ, ਜੀਭ ਨਾਲ ਨਾਮ ਜਪਦੇ ਹਾਂ ਨਾ, ਇਹ ਸਾਰੇ ਜਿਹੜਾ ਨਾਮ ਹੈ ਨਾ, ਇਹ ਰੋਮ ਰੋਮ ਦੇ ਵਿੱਚ ਆਪਣੇ ਆਪ ਪਹੁੰਚ ਜਾਂਦਾ ਹੈ। ਇਸ ਨਾਮ ਨੇ ਸਾਡੀਆਂ ਅੱਖਾਂ, ਸਾਡਾ ਮੱਥਾ, ਸਾਡਾ ਸਿਰ, ਸਾਡਾ ਮੂੰਹ, ਸਾਡਾ ਨੱਕ, ਸਾਡੀਆਂ ਬਾਹਾਂ, ਸਾਡੀ ਧੌਣ, ਸਾਡੇ ਗੋਡੇ, ਸਾਡਾ ਬਾਕੀ ਸਾਰੀ ਬੋਡੀ, ਲੱਤਾਂ, ਪੈਰ, ਸਭ ਥਾਂ ਚਲੇ ਜਾਣਾ। ਜਿਵੇਂ ਜੜ੍ਹਾਂ 'ਚ ਪਾਣੀ ਪਾਇਆ ਹੋਇਆ ਸਾਰੇ ਦਰਖਤ ਨੂੰ ਆਪੇ ਪਹੁੰਚ ਜਾਂਦਾ ਹੈ। ਇਸ ਲਈ ਰਸਨਾ ਨਾਲ ਜਦੋਂ ਅਸੀਂ ਨਾਮ ਜਪਦੇ ਹਾਂ, ਸਾਰੇ ਸਰੀਰ ਦੇ ਵਿੱਚ ਆਪਣੇ ਆਪ ਹੀ ਉਹ ਪਹੁੰਚ ਜਾਂਦਾ ਹੈ। ਜਿਉਂ ਜਿਉਂ ਨਾਮ ਜਪੀ ਜਾਵਾਂਗੇ, ਉਹ ਨਾਮ ਨੇ ਸਾਡੇ ਸਾਰੇ ਦੇ ਸਾਰੇ ਸਰੀਰ ਨੂੰ ਪਵਿੱਤਰ ਕਰਦੇ ਜਾਣਾ। ਅੰਦਰੋਂ ਹੌਲੀ ਹੌਲੀ ਸਾਰੇ ਦਾ ਸਾਰਾ ਸਰੀਰ ਹੀ ਪਵਿੱਤਰ ਹੋ ਜਾਂਦਾ ਹੈ। ਪੈਰ ਵੀ ਪਵਿੱਤਰ ਹੋ ਜਾਂਦੇ ਨੇ, ਹੱਥ ਵੀ ਪਵਿੱਤਰ ਹੋ ਜਾਂਦੇ ਨੇ। ਮਹਾਂਪੁਰਖਾਂ ਕੋਲ ਦੇ ਅੱਗੇ ਜੇ ਆਪਾਂ ਸਿਰ ਕਿਉਂ ਝੁਕਾਉਂਦੇ ਹਾਂ? ਬਈ ਸਾਡੇ ਸਿਰ 'ਤੇ ਹੱਥ ਰੱਖ ਦਿਓ ਜੀ। ਕਿਉਂ ਉਹਨਾਂ ਦਾ ਹੱਥ ਰਖਾਉਂਦੇ ਹਾਂ? ਬਈ ਕਿਉਂਕਿ ਉਹਨਾਂ ਨੇ ਇੰਨਾ ਨਾਮ ਜਪਿਆ ਹੋਇਆ ਕਿ ਉਹ ਨਾਮ ਉਹਨਾਂ ਦੇ ਹੱਥ ਦੇ ਵਿੱਚ ਹੈ। ਅਤੇ ਜਦੋਂ ਹੱਥ ਧਰਿਆ, ਉਹ ਨਾਮ ਦੀ ਕਰੰਟ ਤੁਹਾਡੇ ਸਰੀਰ 'ਚ ਵੀ ਗਈ ਅਤੇ ਤੁਹਾਡਾ ਭਲਾ ਹੋ ਗਿਆ, ਮੇਰਾ ਭਲਾ ਹੋ ਗਿਆ ਜੀ। ਸਾਡੇ ਘਰ ਚਰਨ ਪਾ ਜਾਓ ਜੀ, ਉਹਨਾਂ ਇੰਨਾ ਨਾਮ ਜਪਿਆ ਹੁੰਦਾ ਕਿ ਸਾਰੇ ਸਰੀਰ ਦੇ ਵਿੱਚ ਨਾਮ ਹੀ ਨਾਮ ਹੁੰਦਾ। ਇਸ ਲਈ ਜਿੱਥੇ ਉਹ ਚਰਨ ਧਰ ਦਿੰਦੇ, ਉਹ ਧਰਤੀ ਉਨੀ ਥਾਂ ਪਵਿੱਤਰ ਹੋ ਜਾਂਦੀ ਹੈ। ਥਾਂ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋ। ਜਿੱਥੇ ਵੀ ਗੁਰੂ ਮਹਾਰਾਜ ਪੈਰ ਧਰਦੇ ਸੀ, ਉੱਥੇ ਪਵਿੱਤਰ ਹੋ ਜਾਂਦਾ ਸੀ ਉਹ। ਇਸ ਲਈ ਭਜਨ ਬੰਦਗੀ ਵਾਲਾ ਬੰਦਾ ਜਿੱਥੇ ਚਰਨ ਧਰ ਦਿੰਦਾ, ਉਹ ਥਾਂ ਹੀ ਪਵਿੱਤਰ ਹੋ ਜਾਂਦੀ। ਜਿੱਥੇ ਬਹਿ ਜਾਂਦਾ, ਉਹ ਥਾਂ ਪਵਿੱਤਰ ਹੋ ਜਾਂਦੀ। ਭਜਨ ਬੰਦਗੀ ਕਰਨ ਵਾਲਾ ਜਿੱਥੇ ਬਹਿ ਜਾਣਾ, ਥਾਂ ਸਦੀਆਂ ਤੱਕ ਪਵਿੱਤਰ ਰਹਿੰਦੀ ਹੈ, ਬਜਾਏ ਕਿ ਉੱਥੇ ਕੋਈ ਚੋਰ ਡਾਕੂ ਨਾ ਕੇ ਬਹਿ ਕੇ ਉਹਨੂੰ ਅਪਵਿੱਤਰ ਕਰ ਦੇ। ਇੱਕ ਵਾਰੀ ਸ਼ਿਵ ਜੀ ਮਹਾਰਾਜ ਆਕਾਸ਼ 'ਚ ਜਾ ਰਹੇ ਨੇ, ਪਾਰਵਤੀ ਨਾਲ ਸੀ। ਉਹਨੇ ਆਪਣਾ ਉੱਡਣ ਖਟੋਲਾ ਉਤਾਰਿਆ ਇੱਕ ਥਾਂ 'ਤੇ, ਕਹਿੰਦੇ ਪਾਰਵਤੀ ਤੂੰ ਬੈਠ, ਮੈਂ ਆਉਣਾ। ਸ਼ਿਵ ਜੀ ਮਹਾਰਾਜ ਥੋੜ੍ਹੀ ਦੂਰ ਜਾ ਕੇ ਜ਼ਮੀਨ ਨੂੰ ਮੱਥਾ ਟੇਕ ਰਹੇ ਨੇ, ਖਾਲੀ ਥਾਂ ਹੈ, ਮੱਥਾ ਟੇਕ ਕੇ ਵਾਪਸ ਆ ਗਏ। ਪਾਰਵਤੀ ਪੁੱਛਦੀ ਹੈ ਵੀ ਸੁਆਮੀ ਜੀ, ਉੱਥੇ ਕੋਈ ਸਾਧੂ ਤਾਂ ਹੈ ਨਹੀਂ ਸੀ, ਤੁਸੀਂ ਕਿਹਨੂੰ ਮੱਥਾ ਟੇਕਿਆ ਹੋ? ਕਹਿੰਦੇ ਪਾਰਵਤੀ ਅੱਜ ਤੋਂ 200 ਸਾਲ ਪਹਿਲਾਂ ਉੱਥੇ ਇੱਕ ਸਾਧੂ ਨੇ ਬੈਠ ਕੇ ਤਪੱਸਿਆ ਕੀਤੀ ਸੀ। ਉਹ ਧਰਤੀ ਸੀ ਪਵਿੱਤਰ, ਅਤੇ ਅਸੀਂ ਕਹਿੰਦੇ ਹੇ ਧਰਤੀਏ ਤੂੰ ਕਿੰਨੇ ਭਾਗਾਂ ਵਾਲੀ ਹੈ, ਅੱਜ ਤੋਂ 200 ਸਾਲ ਪਹਿਲਾਂ ਇੱਕ ਸਾਧੂ ਨੇ ਤੇਰੇ 'ਤੇ ਬੈਠ ਕੇ ਭਗਤੀ ਕੀਤੀ ਸੀ, ਤੂੰ ਪਵਿੱਤਰ ਹੋ ਗਈ ਹੈ।
ਸਦੀਆਂ ਤੱਕ ਧਰਤੀ ਪਵਿੱਤਰ ਰਹਿੰਦੀ ਹੈ ਜਿੱਥੇ ਸਾਧੂ ਬੈਠ ਜਾਂਦੇ ਨੇ, ਕਿਉਂਕਿ ਪਰਮਾਤਮਾ ਦਾ ਨਾਮ ਬਸ ਵਾਹਿਗੁਰੂ ਵਾਹਿਗੁਰੂ ਮੂੰਹ ਨਾਲ ਕਰੀ ਜਾਣਾ, ਇਹ ਸਾਰੇ ਸਰੀਰ ਦੇ ਵਿੱਚ ਆਪਣੇ ਆਪ ਰੋਮ ਰੋਮ ਦੇ ਵਿੱਚ ਇਹ ਨਾਮ ਚਲੇ ਜਾਣਾ ਹੈ। ਅਤੇ ਜਿੱਥੇ ਜਿੱਥੇ ਨਾਮ ਦਾ ਵਾਸਾ ਹੋ ਜਾਣਾ, ਉੱਥੇ ਉੱਥੇ ਹੀ ਪਵਿੱਤਰ ਹੋ ਜਾਣਾ ਚਾਹੀਦਾ। ਤਾਂ ਪਣਾ ਹੁੰਦਾ ਉਚਾਰਨ ਕਰਨਾ, ਰਸਨਾ ਨਾਮ ਪੜ੍ਹਨਾ, ਰਸਨਾ ਦੇ ਨਾਲ ਜੀਵ ਦੇ ਨਾਲ ਨਾਮ ਜਪਦੇ ਰਹਿਣਾ ਹੈ। ਸੰਤਾਂ ਦੀ ਸੰਗਤ ਕਰਨੀ ਹੈ ਕਿ ਸੰਤ ਜਨਾਂ ਮਿਲ ਪਾਈਏ, ਸੰਤ ਜਨਾਂ ਨੂੰ ਮਿਲ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੁਸੀਂ ਕਰਦਾ ਕੀ ਬੰਦਾ? ਰਸਨਾ ਦੇ ਨਾਲ ਨਾਮ ਜਪਦਾ। ਜਦੋਂ ਵਾਜੇ 'ਤੇ ਵੀ ਨਾਮ ਜਪਾਉਂਦੇ ਨੇ, ਫਿਰ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿੰਦੇ, ਸੰਗਤ ਮਗਰ ਵਾਹਿਗੁਰੂ ਵਾਹਿਗੁਰੂ ਕਹਿੰਦੀ, ਮੂੰਹ ਨਾਲ ਹੀ ਕਹਿ ਰਹੀ ਹੈ ਨਾ। ਰਸਨਾ ਦੀ ਮਹਾਨਤਾ ਹੈ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਗਣਾ ਹੁੰਦਾ ਗਿਣਤੀ ਕਰਨਾ, ਸਮਝਣਾ। ਜਿਸ ਨੇ, ਜਿਨ ਨੰਨੇ ਨੂੰ ਸੈਰੀ ਹੈ, ਇੱਕ ਵਚਨ ਹੋ ਗਿਆ। ਜੇ ਨੰਨੇ ਨੂੰ ਸੈਰੀ ਨਾਲ ਜਿਨ ਬਹੁ ਵਚਨ ਹੋਣਾ ਸੀ। ਜਿਨ੍ਹਾਂ ਨੇ, ਇਹ ਨੰਨੇ ਨੂੰ ਸੈਰੀ ਹੈ ਜਿਸ ਨੇ। ਜਿਨ ਪਾਇਆ ਪ੍ਰਭ ਆਪਣਾ, ਜਿਸ ਨੇ ਪਰਮਾਤਮਾ ਨੂੰ ਪਾ ਲਿਆ, ਆਏ ਤਿਸੈ ਗਣਾ। ਉਹਦਾ ਆਉਣਾ ਹੀ ਗਿਣਤੀ ਵਿੱਚ ਹੈ, ਉਹਦਾ ਆਉਣਾ ਹੀ ਕਿਸੇ ਲੇਖੇ ਵਿੱਚ ਹੈ। ਬਾਕੀ ਤੇ ਆਏ ਤੇ ਗਏ ਬਸ, ਬਾਕੀ ਤੇ ਲੇਖੇ 'ਚ ਹੀ ਕੋਈ ਨਹੀਂ। ਉਸ ਬੰਦੇ ਦਾ ਆਉਣਾ ਹੀ ਲੇਖੇ ਵਿੱਚ ਹੈ ਜਿਹਨੇ ਆ ਕੇ ਇੱਥੇ ਨਾਮ ਜਪਿਆ, ਜੇ ਨਾਮ ਜਾ ਕੇ ਪਰਮਾਤਮਾ ਪ੍ਰਾਪਤ ਕਰ ਲਿਆ। ਇੱਕ ਖਿਨ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ। ਜਣਾ ਹੁੰਦਾ ਸਮਝਣਾ। ਇੱਕ ਖਿਣ, ਜਿਹਨੂੰ ਇੰਗਲਿਸ਼ ਕਹਿੰਦੇ ਸੈਕਿੰਡ, ਸਕਿੰਟ, ਹਿੰਦੀ ਕਹਿੰਦੇ ਕਸ਼ਣ। ਅੱਖ ਝਪਕਣ ਜਿੰਨਾ ਸਮਾਂ, ਭਾਵ ਇੱਕ ਸਕਿੰਟ ਲਈ ਵੀ। ਇੱਕ ਖਿਣ ਤਿਸ ਬਿਨ ਜੀਵਨਾ, ਪਰਮਾਤਮਾ ਤੋਂ ਬਿਨਾਂ ਇੱਕ ਸੈਕਿੰਡ ਵੀ ਜਿਉਣਾ ਇਸ ਤਰ੍ਹਾਂ ਹੈ ਬਿਰਥਾ ਜਨਮ ਜਣਾ। ਸਮਝੋ ਤੁਹਾਡਾ ਜਨਮ ਹੀ ਵਿਅਰਥ ਹੋ ਗਿਆ ਹੈ। ਜਣਾ ਹੁੰਦਾ ਸਮਝਣਾ। ਐਂ ਸਮਝੋ ਕਿ ਜਨਮ ਹੀ ਵਿਅਰਥ ਹੋ ਗਿਆ, ਕਿਉਂਕਿ ਉਹਦਾ ਨਾਮ ਹੀ ਨਹੀਂ ਜਪਿਆ ਹੈ। ਸਿੱਖ ਧਰਮ 'ਚ ਹੈ ਵੀ ਕੋਈ ਸਵਾਸ ਉਹਦੇ ਨਾਮ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਖਾਲੀ ਨਹੀਂ ਜਾਣਾ ਚਾਹੀਦਾ। ਸਾਸ ਸਾਸ ਸਿਮਰੋ ਗੋਬਿੰਦ। ਫਿਰ ਕੀ ਹੋਏਗਾ? ਮਨ ਅੰਤਰ ਕੀ ਉਤਰੈ ਚਿੰਦ। ਚਿੰਤਾ ਲੱਗੀ ਰਹਿੰਦੀ ਕੋਈ ਨਾ ਕੋਈ ਬੰਦੇ ਨੂੰ, ਲੱਗੀ ਰਹਿੰਦੀ ਕਿ ਨਹੀਂ। ਖਾਸ ਕਰ ਆਪਾਂ ਜਿਹੜੇ ਗ੍ਰਸਥੀ ਬੰਦੇ ਹਾਂ, ਆ ਜਾਣ ਮੇਰੇ ਕੋਲ, ਮੈਂ ਬੀਬੀ ਜੀ ਗ੍ਰਸਥੀ ਬੰਦਾ ਕਦੇ ਸੁਖੀ ਨਹੀਂ ਹੋਇਆ ਕਰਦਾ, ਉਹਨੂੰ ਕੋਈ ਨਾ ਕੋਈ ਵਕਤ ਖੜ੍ਹਾ ਹੀ ਰਹਿੰਦਾ ਹੈ, ਉਹ ਨਹੀਂ ਸੁਖੀ ਆਇਆ ਕਰਦਾ। ਨਾਮ ਜਪੋ, ਨਾਮ ਨੇ ਹੀ ਸਾਨੂੰ ਸੁਖੀ ਕਰਨਾ ਹੈ, ਉਂਝ ਨਹੀਂ ਬੰਦਾ ਸੁਖੀ ਹੁੰਦਾ। ਇਸ ਲਈ ਕਹਿੰਦੇ ਉਸ ਤੋਂ ਉਹਦੀ ਯਾਦ ਤੋਂ ਬਿਨਾਂ ਇੱਕ ਸੈਕਿੰਡ ਜਿਹੜਾ ਜਿਉਣਾ ਹੈ, ਇੱਕ ਖਿਣ ਜਿਹੜਾ ਜਿਉਣਾ ਹੈ, ਸਮਝੋ ਸਾਡਾ ਸਮਾਂ ਹੀ ਵਿਅਰਥ ਚਲੇ ਗਿਆ। ਸਮਝੋ ਓਨਾ ਸਮਾਂ ਵਿਅਰਥ ਚਲੇ ਗਿਆ ਜਿੰਨਾ ਸਮਾਂ ਅਸੀਂ ਉਸ ਦਾ ਸਿਮਰਨ ਨਹੀਂ ਕੀਤਾ। 24 ਘੰਟਿਆਂ ਦੇ ਵਿੱਚ ਮੰਨ ਲਓ 1 ਘੰਟਾ ਉਹਦਾ ਸਿਮਰਨ ਨਹੀਂ ਕੀਤਾ, ਇਹਦਾ ਮਤਲਬ 1 ਘੰਟਾ ਵਿਅਰਥ ਹੀ ਚਲੇ ਗਿਆ। ਜਿੰਨਾ ਸਮਾਂ ਉਹਦਾ ਸਿਮਰਨ ਨਹੀਂ ਕੀਤਾ, ਸਮਝੋ ਓਨਾ ਸਮਾਂ ਅਸੀਂ ਗੁਆ ਲਿਆ ਹੈ, ਅਤੇ ਪਰਮਾਤਮਾ ਨੇ ਲੈਣਾ ਹਿਸਾਬ। ਤੁਸੀਂ ਮਜ਼ਦੂਰ ਨੂੰ 8 ਘੰਟਿਆਂ ਲਈ ਲਾਇਆ, ਉਹ ਵਿੱਚ 2 ਘੰਟੇ ਗੈਰ ਹਾਜ਼ਰ ਰਿਹਾ, ਜਾਂ ਸੁੱਤਾ ਰਿਹਾ, ਜਾਂ ਲੇਟਿਆ ਰਿਹਾ, ਕੰਮ ਨਹੀਂ ਕੀਤਾ, ਤਾਂ ਫਿਰ ਤੁਸੀਂ ਪੁੱਛ ਪੜਤਾਲ ਕਰੋਗੇ ਨਾ ਵੀ 2 ਘੰਟੇ ਕਿਉਂ ਨਹੀਂ ਕੰਮ ਕੀਤਾ ਵੀ, ਅਤੇ ਉਹਨੂੰ 2 ਘੰਟੇ ਦੇ ਪੈਸੇ ਨਹੀਂ ਮਿਲਣੇ। ਐਂ ਹੀ ਪਰਮਾਤਮਾ ਕਹਿੰਦਾ ਤੁਸੀਂ ਮੇਰਾ ਨਾਮ ਇੰਨਾ ਸਮਾਂ ਨਹੀਂ ਜਪਿਆ, ਉਹਦਾ ਹਿਸਾਬ ਦਿਓ ਕਿਉਂ ਨਹੀਂ ਜਪਿਆ। ਜੋ ਮੈਂ ਤੁਹਾਨੂੰ ਇੱਥੇ ਸਮਝਾ ਕੇ ਭੇਜਿਆ ਸੀ ਕਿ ਜਾ ਕੇ ਤੁਸੀਂ ਮੇਰਾ ਨਾਮ ਜਪਣਾ ਹੈ, ਅਤੇ ਤੁਸੀਂ ਕਿਉਂ ਨਹੀਂ ਜਪਿਆ। ਇਹ ਫਿਰ ਬਹਾਨੇ ਜੇ ਬਣਾਉਂਦਾ ਹੈ, ਫਿਰ ਉਹਨੇ ਜਾਮ ਰੱਖੇ ਹੋਏ ਨੇ, ਫਿਰ ਉਹ ਕੁਟਾਪਾ ਕਰਦੇ ਨੇ, ਕੁਟਾਪਾ ਕਰਦੇ ਜੀ ਅੱਗੇ ਤੋਂ ਜਪੋ, ਕਹਿੰਦੇ ਅੱਗੇ ਦੇਖੀ ਜਾਏਗੀ। ਜਿਵੇਂ ਚੋਰ ਹੈ ਉਹਦਾ ਕੁਟਾਪਾ ਜੀ ਐਤਕੀ ਛੱਡ ਦਿਓ, ਅੱਗੇ ਤੋਂ ਚੋਰੀ ਨਹੀਂ ਕਰਦਾ, ਕਹਿੰਦਾ ਛੱਡਣਾ ਨਹੀਂ ਹੈ। ਹਾਂ ਅੱਗੇ ਤੋਂ ਚੋਰੀ ਨਾ ਕਰੀ, ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਹੁਣ ਤੂੰ ਕੀਤੀ ਹੈ ਇਹਦੀ ਸਜ਼ਾ ਤੈਨੂੰ ਮਿਲਣੀ ਹੈ।
ਹੁਣ ਤੂੰ ਕੀਤੀ ਹੈ ਇਹਦੀ ਐ ਤਾਂ ਸਾਰੇ ਜੱਜ ਨੂੰ ਜਾ ਕੇ ਕਹਿੰਦੇ ਨੇ ਸਰ ਜੀ ਮੈਡਮ ਜੀ ਗਲਤੀ ਹੋ ਗਈ ਜੀ ਮਾਫ਼ ਕਰ ਦਿਓ ਜੀ, ਅੱਗੇ ਤੋਂ ਚੋਰੀ ਨਹੀਂ ਕਰਦਾ। ਤੁਹਾਡੇ ਕਿ ਮਤਲਬ ਮਾਫ਼ ਕਰ ਦੇਗੀ? ਉਹ ਕਿ ਚੰਗੀ ਗੱਲ ਹੈ, ਅੱਗੇ ਤੋਂ ਨਾ ਕਰੀ, ਤੈਨੂੰ ਕੁਛ ਨਹੀਂ ਕਹਿੰਦੇ, ਨਾ ਪੁਲਿਸ ਵਾਲੇ ਕਹਿਣਾ ਨਾ ਅਸੀਂ ਤੈਨੂੰ ਕਹੀਏ। ਹੁਣ ਤਾਂ ਤੂੰ ਕੀਤੀ ਹੈ ਨਾ, ਹੁਣ ਸਜ਼ਾ ਭੋਗ। ਇਸ ਲਈ ਗੁਰਬਾਣੀ ਕਹਿੰਦੀ ਹੈ ਇੱਕ ਖਿਣ, ਇੱਕ ਕਸ਼ਣ, ਇੱਕ ਸੈਕਿੰਡ ਜਿਹੜਾ ਉਸ ਤੋਂ ਬਿਨਾਂ ਜਿਉਣਾ, ਉਹਦੇ ਨਾਮ ਤੋਂ ਬਿਨਾਂ ਜਿਉਣਾ ਬਿਰਥਾ ਜਨਮ ਜਨਾ। ਸਮਝੋ ਸਮਾਂ ਵਿਅਰਥ ਹੋ ਗਿਆ। ਜਿੰਨਾ ਸਮਾਂ ਉਸ ਨੂੰ ਯਾਦ ਨਹੀਂ ਕੀਤਾ, ਸਮਝੋ ਜ਼ਿੰਦਗੀ ਦਾ ਓਨਾ ਸਮਾਂ ਵਿਅਰਥ ਚਲਿਆ ਗਿਆ ਹੈ। ਜਦੋਂ ਸਾਨੂੰ ਸੋਝੀ ਆਉਂਦੀ ਨਾ ਕਿਸੇ ਨੂੰ, ਫਿਰ ਉਹ ਕਹਿੰਦਾ ਓਹੋ ਜੇ ਕਿਤੇ ਪਹਿਲਾਂ ਇਸ ਪਾਸੇ ਲੱਗ ਜਾਂਦੇ। ਜੇ ਉਹ ਤਾਂ ਹੁਣ ਜੇ ਹੈ ਨਾ, ਜੇ ਨਾਲ ਹੀ ਗੱਲ ਬਣਦੀ। ਹੁਣ ਬੱਚਾ ਫੇਲ ਹੋ ਗਿਆ, ਉਹਨੂੰ ਸੋਝੀ ਆ ਗਈ, ਜੇ ਮੈਂ ਮਿਹਨਤ ਕਰ ਲੈਂਦਾ, ਉਹ ਤਾਂ ਫਿਰ ਕਰ ਲੈਂਦਾ ਤਾਂ ਹੀ ਸੀ ਨਾ, ਉਹ ਤਾਂ ਜੇ ਸੀ, ਉਹ ਤਾਂ ਲੰਘ ਗਿਆ। ਹੁਣ ਅੱਗੇ ਤੋਂ ਕਰ ਲੈ ਭਾਈ। ਇਸ ਲਈ ਜਿੰਨਾ ਸਮਾਂ ਉਹਦੀ ਯਾਦ ਤੋਂ ਬਿਨਾਂ ਲੱਗ ਗਿਆ, ਲੰਘ ਗਿਆ, ਧਰਮ ਅਨੁਸਾਰ ਉਹ ਸਾਰਾ ਵਿਅਰਥ ਗਿਆ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਵਣ ਜੰਗਲ ਨੂੰ ਕਹਿੰਦੇ ਨੇ। ਜਲ ਲੱਲੇ ਨੂੰ ਸਿਆਰੀ ਪਾਣੀ ਵਿੱਚ, ਥਲ ਧਰਤੀ ਵਿੱਚ, ਮਹੀਲ ਧਰਤੀ ਅਤੇ ਆਕਾਸ਼ ਦੇ ਵਿਚਾਲੇ ਜਿੰਨੀ ਥਾਂ ਦਿਸਦੀ ਹੈ ਨਾ, ਇਹਨੂੰ ਇੰਗਲਿਸ਼ ਕਹਿੰਦੇ ਨੇ ਸਪੇਸ। ਇਹਨੂੰ ਸਪੇਸ ਕਹਿੰਦੇ ਨੇ ਇੰਗਲਿਸ਼ ਦੇ ਵਿੱਚ। ਆਮ ਸ਼ਬਦਾਂ 'ਚ ਵੀ ਆਕਾਸ਼, ਧਰਤੀ ਹੋ ਗਈ ਇੱਕ, ਪਾਣੀ ਹੋ ਗਿਆ, ਬਾਕੀ ਆਕਾਸ਼ ਹੋ ਗਿਆ। ਮਹੀਲ ਅਸਲ ਅਰਥ ਹੈ ਵੀ ਧਰਤੀ ਅਤੇ ਆਕਾਸ਼ ਦੇ ਵਿੱਚ ਜਿੰਨੀ ਥਾਂ ਹੈ ਉਹਨੂੰ ਕਹਿੰਦੇ ਨੇ ਮਹੀਲ। ਭਾਵ ਪਰਮਾਤਮਾ ਧਰਤੀ 'ਤੇ ਵੀ ਹੈ, ਪਰਮਾਤਮਾ ਪਾਣੀ 'ਚ ਵੀ ਹੈ, ਪਰਮਾਤਮਾ ਆਕਾਸ਼ 'ਚ ਵੀ ਹੈ, ਸਭ ਥਾਵਾਂ 'ਤੇ ਹੈ। ਪੂਰ ਰਿਹਾ ਹੁੰਦਾ ਵਸ ਰਿਹਾ ਹੈ, ਪੂਰ ਹੁੰਦਾ ਵਸਣਾ। ਰਵਿਆ ਵਸ ਰਿਹਾ, ਵਿੱਚ ਵਣਾ ਜੰਗਲਾਂ 'ਚ ਵਸ ਰਿਹਾ। ਪਰਮਾਤਮਾ ਧਰਤੀ 'ਤੇ ਵੀ ਹੈ, ਪਰਮਾਤਮਾ ਪਾਣੀ 'ਤੇ ਵੀ ਹੈ, ਪਰਮਾਤਮਾ ਆਕਾਸ਼ ਦੇ ਵਿੱਚ ਵੀ ਹੈ, ਪਰਮਾਤਮਾ ਜੰਗਲਾਂ 'ਚ ਵੀ ਹੈ। ਪਰਮਾਤਮਾ ਸਭ ਥਾਂ 'ਤੇ ਵਸ ਰਿਹਾ ਹੈ। ਜਲ ਥਲ ਮਹੀਲ ਪੂਰਿਆ, ਪੂਰਿਆ ਮੈਨੇ ਵਸ ਰਿਹਾ ਹੈ। ਰਵਿਆ ਮੈਨੇ ਹੁੰਦਾ ਵਸ ਰਿਹਾ ਹੈ। ਰਵਿਆ ਵਿੱਚ ਬਣਾ, ਜੰਗਲਾਂ 'ਚ ਦਰਖਤਾਂ 'ਚ ਪਰਮਾਤਮਾ ਵਸ ਰਿਹਾ ਹੈ। ਭਾਵ ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਵਸ ਰਿਹਾ। ਇਸ ਲਈ ਜਿੱਥੇ ਵੀ ਤੁਸੀਂ ਉਸ ਨੂੰ ਯਾਦ ਕਰੋਗੇ ਉੱਥੇ ਸੁਣ ਰਿਹਾ ਹੋ, ਉੱਥੇ ਸੁਣ। ਇਹ ਨਹੀਂ ਸਮਝਣਾ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਪਤਾ ਨਹੀਂ ਪਰਮਾਤਮਾ ਸੁਣ ਰਿਹਾ ਕਿ ਨਹੀਂ ਸੁਣ ਰਿਹਾ। ਨਹੀਂ, ਪਰਮਾਤਮਾ ਆਪਣੇ ਨਾਮ ਦੇ ਵਿੱਚ ਹੀ ਹੈ। ਤੁਸੀਂ ਵਾਹਿਗੁਰੂ ਕਿਹਾ, ਵਾਹਿਗੁਰੂ ਵਾਹਿਗੁਰੂ ਇਹ ਸ਼ਬਦ ਦੇ ਵਿੱਚ ਬੈਠਾ, ਉਹ ਸੁਣ ਰਿਹਾ। ਫਿਰ ਗੁਰੂ ਕਿੱਥੇ ਵਸਦਾ? ਆਪਣੀ ਬਾਣੀ 'ਚ। ਜਦ ਤੁਸੀਂ ਬਾਣੀ ਪੜ੍ਹ ਰਹੇ ਹੋ, ਗੁਰੂ ਮਹਾਰਾਜ ਸੁਣ ਰਹੇ ਨੇ, ਕਿਉਂਕਿ ਬਾਣੀ ਦੇ ਵਿੱਚ ਹੀ ਵਸਦੇ ਨੇ। ਗੁਰੂ ਮਹਾਰਾਜ ਬਾਣੀ ਦੇ ਵਿੱਚ ਵਸਦੇ ਨੇ। ਇਸ ਤਰ੍ਹਾਂ ਪਰਮਾਤਮਾ ਆਪਣੇ ਨਾਮ ਦੇ ਵਿੱਚ ਵਸਦਾ ਹੈ। ਬੜੇ ਸਾਲ ਪਹਿਲਾਂ ਦੀ ਗੱਲ ਮੈਂ ਤੁਹਾਨੂੰ ਘਟਨਾ ਸੁਣਾਉਣਾ, ਜਿਸ ਮੈਨੂੰ ਵਿਸ਼ਵਾਸ ਹੋ ਗਿਆ ਕਿ ਬਈ ਵਾਕਈ ਜਿਹਦੀ ਬਾਣੀ ਹੈ ਨਾ, ਉਹ ਬਾਣੀ ਦੇ ਵਿੱਚ ਵਸਦਾ। ਪਤਾ ਨਹੀਂ 133 ਨਾ 129 ਵਾਲਾ ਕਿਹਨਾਂ ਦੇ ਘਰ ਅਖੰਡ ਪਾਠ ਸੀ। ਚਲੋ ਉਹਦੇ ਨਵੇਂ ਨਵੇਂ ਸਾਡੇ ਪਾਠੀ ਸਨ, ਸਪੀਡ ਇੰਨੀ ਨਹੀਂ ਸੀ। ਮੈਨੂੰ ਸੁਨੇਹਾ ਆਇਆ ਸਵੇਰੇ 4 ਵਜੇ ਵੀ ਬਾਬਾ ਜੀ ਬਈ ਪਾਠ ਪਿੱਛੇ ਰਹਿ ਗਿਆ, ਵੀ ਕਿਰਪਾ ਕਰਕੇ ਤੁਸੀਂ ਰੋਲ ਲਾ ਦਿਓ। ਜੋ ਮੈਂ ਕਿਹਾ ਕੋਈ ਨਹੀਂ, ਮੈਂ ਨਹਾ ਬੈਠਾ ਵੀ ਆ ਜਾਂਦਾ। ਮੈਂ ਦੇਖਿਆ ਵੀ ਇੰਨੇ ਸਫੇ ਪਾਠ ਪਿੱਛੇ ਹੈ। ਮੈਂ ਸਪੀਡ ਨਾਲ ਲੱਗਾ ਰਿਹਾ, ਮਨ 'ਚ ਪਾਠ ਕਰੀ ਗਿਆ, ਕਿਉਂਕਿ ਮੇਰੀ ਕੁਦਰਤ ਵੱਲੋਂ ਸਪੀਡ ਤੇਜ਼ ਸੀ ਸ਼ੁਰੂ ਤੋਂ ਹੀ। ਮੈਂ 2 ਕੁ ਘੰਟਿਆਂ 'ਚ ਆਰਾਮ ਨਾਲ 80 ਕੁ ਸਫੇ ਕਰ ਦਿੰਦਾ। ਜੇ ਮੈਨੂੰ ਫਿਰ ਬਹੁਤ ਤੇਜ਼, ਫਿਰ ਮੈਂ 2 ਘੰਟੇ 90 ਵੀ ਸਫੇ ਵੀ ਕਰ ਦਿੰਦਾ। ਜਦੋਂ ਰਹਿ ਗਿਆ ਨਾ ਅੱਧਾ ਕੁ ਘੰਟੇ, 1.5 ਘੰਟੇ ਦੇ ਵਿੱਚ ਪਾਠ ਜਿੱਥੋਂ ਤੱਕ ਚਾਹੀਦੇ ਉੱਥੋਂ ਤੱਕ ਆ ਗਿਆ। ਮੈਂ ਕਿਹਾ ਹੁਣ ਆਰਾਮ ਨਾਲ ਕਰ, ਜਿਹੜੇ ਆਮ ਸਪੀਡ ਹੈ 30 ਸਫੇ ਦੀ ਸਪੀਡ ਚਾਹੀਦੀ ਨਾ 1 ਘੰਟੇ 'ਚ। ਮੈਂ ਸਹਿਜ ਸੁਭਾਅ ਪਾਠ ਕਰਨ ਲੱਗ ਪਿਆ। ਬਾਬਾ ਫਰੀਦ ਜੀ ਦੇ ਸ਼ਲੋਕ ਆ ਗਏ। ਮੈਂ ਆਮ ਸਪੀਡ ਜਿਹੜੀ ਪਾਠੀ ਦੀ ਹੁੰਦੀ ਹੈ ਉਸ ਸਪੀਡ ਨਾਲ ਪਾਠ ਕਰ ਰਿਹਾ ਹਾਂ। ਅਚਾਨਕ ਕੀ ਦੇਖਦਾ ਵੀ ਬਾਬਾ ਫਰੀਦ ਜੀ ਅੰਗੂਠੇ ਜਿੰਨੇ ਬਣ ਕੇ, ਜਿੰਨੇ ਅੰਗੂਠੇ ਦਾ ਸਹੀ ਇੰਨੇ ਬਣ ਕੇ ਨਾ,
ਜਿਹੜੀ ਮੈਂ ਪੰਗਤੀ ਪੜ੍ਹ ਰਿਹਾ ਉਹਦੇ ਇੱਕ ਇੰਚ ਉੱਚਾ ਉਹ ਨਾਲ ਹੀ ਐਂ ਜਾਈ ਜਾਂਦੇ ਨੇ ਹਰ ਪੰਗਤੀ ਦੇ। ਜਿੰਨੇ ਵੀ ਉਹਨਾਂ ਦੇ ਸ਼ਲੋਕ ਸਨ ਸਾਰਿਆਂ ਦੇ ਨਾਲ ਉੱਤੇ ਇਸ ਤਰ੍ਹਾਂ ਜਾਈ ਗਏ ਜੀ। ਅਤੇ ਜਦੋਂ ਉਹਨਾਂ ਦੀ ਬਾਣੀ ਮੁੱਕ ਗਈ ਉਹ ਅਲੋਪ ਹੋ ਗਏ। ਮੈਂ ਦੇਖੋ ਅਗਲਾ ਆਪਣੀ ਬਾਣੀ ਦੇ ਵਿੱਚ ਹੀ ਹੈ ਵੀ ਮੇਰੀ ਬਾਣੀ ਬੜੇ ਪਿਆਰ ਨਾਲ ਬੰਦਾ ਪੜ੍ਹ ਰਿਹਾ ਹੈ। ਜਦੋਂ ਮੈਂ ਤੇਜ਼ ਕਰੀ ਉਦੋਂ ਨਹੀਂ ਆਇਆ ਕੋਈ ਵੀ ਤੂੰ ਤਾਂ ਫਾਹਾ ਵੱਢ ਰਿਹਾ। ਹੁੰਦੇ ਹੁਣ ਤਾਂ ਵਿੱਚ ਹੀ ਹੋਣੇ ਨੇ। ਵਰੁਣ ਨੇ ਕਿਹਾ ਵੀ ਇਹ ਤਾਂ ਤੇਜ਼ ਕਰ ਰਿਹਾ ਹੈ, ਇਹ ਕੋਈ ਪਿਆਰ ਸਹਿਤ ਸਤਿਕਾਰ ਸਹਿਤ ਪਾਠ ਨਹੀਂ ਕਰ ਰਿਹਾ, ਇਹ ਤਾਂ ਐਵੇਂ ਜਿਹੜਾ ਹੁਣ ਪੂਰਾ ਕਰਨ 'ਤੇ ਲੱਗਾ ਹੋਇਆ ਹੈ। ਜਦੋਂ ਆਪਾਂ ਪਿਆਰ ਸਤਿਕਾਰ ਨਾਲ ਬਾਣੀ ਪੜ੍ਹਦੇ ਹਾਂ ਨਾ, ਬਾਣੀ ਦੇ ਵਿੱਚ ਜਿਹਦੀ ਬਾਣੀ ਪੜ੍ਹ ਰਹੇ ਹੋ ਆਪਣੀ ਬਾਣੀ ਦੇ ਵਿੱਚ ਹੀ ਹੈ। ਕਬੀਰ ਸਾਹਿਬ ਆਪਣੀ ਬਾਣੀ 'ਚ ਨੇ, ਗੁਰੂ ਨਾਨਕ ਦੇਵ ਜੀ ਆਪਣੀ ਬਾਣੀ 'ਚ ਨੇ, ਪੰਚਮ ਪਾਤਸ਼ਾਹ ਆਪਣੀ ਬਾਣੀ, ਸਾਰੇ ਆਪਣੇ ਦਸਮ ਪਾਤਸ਼ਾਹ ਆਪਣੀ ਬਾਣੀ 'ਚ ਨੇ। ਜਦੋਂ ਤੁਸੀਂ ਬਾਣੀ ਪੜ੍ਹ ਰਹੇ ਇਹ ਮਤ ਸੋਚੋ ਇਸ ਨੂੰ ਕੋਈ ਨਹੀਂ ਸੁਣ ਰਿਹਾ। ਇਹ ਜਦੋਂ ਸ਼ੁਰੂ ਮੈਨੂੰ ਕਈ ਵਾਰੀ ਪਾਠੀਆਂ ਨੇ ਆ ਕੇ ਕਹਿਣਾ ਬਾਬਾ ਜੀ ਉੱਥੇ ਰਾਤ ਨੂੰ ਸੁਣਦਾ ਤਾਂ ਕੋਈ ਹੈ ਨਹੀਂ। ਮੈਂ ਸੁਣੋ ਮੇਰੀ ਗੱਲ, ਇਹ ਤੁਹਾਨੂੰ ਬਹੁਤ ਵੱਡਾ ਭੁਲੇਖਾ ਹੈ, ਕੋਈ ਸੁਣ ਨਹੀਂ ਰਿਹਾ। ਮੈਂ ਜਿਹਦੀ ਬਾਣੀ ਪੜ੍ਹ ਰਿਹਾ ਉਹ ਸੁਣ ਰਿਹਾ। ਹਾਂ ਤੁਹਾਨੂੰ ਨਹੀਂ ਦਿਸ ਰਿਹਾ ਉਹ ਗੱਲ ਵੱਖਰੀ ਹੈ, ਆਪਾਂ ਨੂੰ ਨਹੀਂ ਦਿਸ ਰਹੇ ਉਹ ਗੱਲ ਵੱਖਰੀ ਹੈ। ਤੁਸੀਂ ਇਹ ਮਤ ਸੋਚੋ ਵੀ ਘਰ ਦੇ ਜੀ ਹੈ ਨਹੀਂ, ਘਰ ਦੇ ਜੀ ਤਾਂ ਸਾਰੀ ਰਾਤ ਨਹੀਂ ਜਾਗਦੇ, ਉਹ ਤਾਂ ਸੁੱਤੇ ਨੇ, ਠੀਕ ਹੈ, ਉਹਨੇ ਤਾਂ ਤੁਹਾਨੂੰ ਪੈਸੇ ਦੇ ਦਿੱਤੇ, ਜਾਗਣਾ ਤੇ ਤੁਸੀਂ। ਪਰ ਤੁਸੀਂ ਇਹ ਖਿਆਲ ਰੱਖਣਾ ਕਿ ਤੁਸੀਂ ਜਿਹਦੀ ਬਾਣੀ ਪੜ੍ਹ ਰਹੇ ਹੋ ਨਾ ਉਹ ਸੁਣ ਰਿਹਾ, ਤੁਹਾਨੂੰ ਵੇਖ ਰਿਹਾ ਕਿਵੇਂ ਬੈਠਾ ਹੈ, ਕਿਵੇਂ ਬੈਠਾ, ਇਹ ਗੋਡੇ ਮੂਧੇ ਮਾਰ ਕੇ ਬੈਠਾ ਹੈ ਕਿ ਚੌਂਕੜੀ ਮਾਰ ਕੇ ਬੈਠਾ ਹੈ, ਕਿ ਇਹ ਮੋਬਾਈਲ ਤਾਂ ਨਹੀਂ ਕਿਤੇ ਸੁਣ ਰਿਹਾ, ਇਹ ਕੁਛ ਔਨ ਕਰਦਾ ਨਹੀਂ ਰਿਹਾ, ਉਹ ਸਭ ਵੇਖ ਰਹੇ ਨੇ। ਗੁਰੂ ਮਹਾਰਾਜ ਵੇਖ ਰਹੇ, ਸਦ ਸੁਣਦਾ ਸਦ ਜਾਗਦਾ। ਗੁਰੂ ਮਹਾਰਾਜ ਹਮੇਸ਼ਾ ਜਾਗਦੇ ਨੇ, ਹਮੇਸ਼ਾ ਸੁਣਦੇ ਨੇ। ਸੋ ਇਸ ਲਈ ਜਦੋਂ ਵੀ ਪਾਠ ਕਰੋ ਸਿਮਰਨ ਕਰੋ ਇਹ ਮਤ ਸੋਚੋ ਕਿ ਮੈਨੂੰ ਕੋਈ ਨਹੀਂ ਵੇਖ ਰਿਹਾ ਜਾਂ ਮੈਨੂੰ ਕੋਈ ਨਹੀਂ ਸੁਣ ਰਿਹਾ। ਤੁਸੀਂ ਮਨ 'ਚ ਪੜ੍ਹ ਰਹੇ ਹੋ ਤਾਂ ਵੀ ਗੁਰੂ ਮਹਾਰਾਜ ਸੁਣ ਰਹੇ ਨੇ, ਤੁਸੀਂ ਮਨ 'ਚ ਸਿਮਰਨ ਕਰੋ ਤਾਂ ਵੀ ਪਰਮਾਤਮਾ ਸੁਣ ਰਿਹਾ ਹੈ। ਇਹ ਵਿਸ਼ਵਾਸ ਲਿਆਉਣਾ ਹੈ ਅਤੇ ਇੱਕ ਦਿਨ ਫਿਰ ਇਹ ਪ੍ਰਤੱਖ ਹੋ ਜਾਂਦਾ। ਵਿਸ਼ਵਾਸ ਨੇ ਇੱਕ ਦਿਨ ਜਿਸ ਚੀਜ਼ ਤੁਹਾਡਾ ਵਿਸ਼ਵਾਸ ਹੈ ਉਹ ਪ੍ਰਗਟ ਕਰ ਦੇਣ ਤੁਹਾਡੇ ਸਾਹਮਣੇ। ਫਿਰ ਜੇ ਤੁਸੀਂ ਅੱਖਾਂ ਨਾਲ ਵੇਖ ਲਓਗੇ ਫਿਰ ਤੁਹਾਨੂੰ 100% ਵਿਸ਼ਵਾਸ ਹੋ ਜਾਏਗਾ ਕਿ ਵਾਕਿਆ ਹੀ ਯਾਰ ਜਦ ਮੈਂ ਜਪਜੀ ਸਾਹਿਬ ਪੜ੍ਹਦਾ ਗੁਰੂ ਨਾਨਕ ਦੇਵ ਜੀ ਸੁਣ ਰਹੇ ਹੁੰਦੇ ਨੇ ਅਤੇ ਮੈਨੂੰ ਵੇਖ ਵੀ ਰਹੇ ਨੇ ਬੈਠਾ ਕਿਵੇਂ ਇਹ, ਸਾਵਧਾਨ ਹੋ ਕੇ ਬੈਠਾ ਕਿ ਕਿਵੇਂ ਬੈਠਾ ਇਹ, ਸੁਣ ਵੀ ਰਹੇ ਨੇ ਵੇਖ ਵੀ ਰਹੇ ਨੇ। ਇਸ ਲਈ ਪਰਮਾਤਮਾ ਜਿਹੜਾ ਧਰਤੀ 'ਤੇ ਵੀ ਹੈ, ਪਾਣੀ 'ਚ ਵੀ ਹੈ, ਆਕਾਸ਼ ਵਿੱਚ ਵੀ ਹੈ, ਦਰਖਤਾਂ ਦੇ ਵਿੱਚ ਵੀ ਹੈ, ਸਭ ਥਾਂ 'ਤੇ ਉਹ ਵਸਦਾ ਹੈ। ਸੋ ਪ੍ਰਭ ਚਿੱਤ ਨਾ ਆਵੇ ਕਿਤਨਾ ਦੁੱਖ ਗਣ। ਅਤੇ ਇਹੋ ਜਿਹਾ ਪਰਮਾਤਮਾ ਜੇ ਯਾਦ ਨਾ ਆਵੇ ਤਾਂ ਫਿਰ ਕਿੰਨਾ ਦੁੱਖ ਹੁੰਦਾ। ਇਹ ਤਾਂ ਗਿਣੇ ਨਹੀਂ ਜਾ ਸਕਦਾ, ਇਹ ਤਾਂ ਦੱਸੇ ਹੀ ਨਹੀਂ ਜਾ ਸਕਦਾ ਵੀ ਕਿੰਨਾ ਦੁੱਖ ਹੁੰਦਾ ਹੈ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ। ਰਾਵਿਆ ਹੁੰਦਾ ਪਿਆਰ ਕੀਤਾ, ਜਿਨ੍ਹਾਂ ਨੇ ਪਰਮਾਤਮਾ ਦੇ ਪਿਆਰ ਨੂੰ ਮਾਣਿਆ ਨਾ ਉਹ ਫਿਰ ਜਿਨ੍ਹਾਂ ਰਾਵਿਆ ਸੋ ਪ੍ਰਭੂ, ਜਿਨ੍ਹਾਂ ਨੇ ਉਸ ਪਰਮਾਤਮਾ ਦਾ ਸਿਮਰਨ ਕੀਤਾ, ਉਸ ਪਰਮਾਤਮਾ ਦੇ ਪਿਆਰ ਨੂੰ ਮਾਣਿਆ, ਤਿੰਨਾ ਭਾਗ ਮਣਾ। ਉਹਨਾਂ ਦਾ ਬਹੁਤ ਵੱਡਾ ਭਾਗ ਹੈ, ਉਹਨਾਂ ਦੇ ਬਹੁਤ ਵੱਡੇ ਭਾਗ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਅਤੇ ਪਰਮਾਤਮਾ ਦੇ ਪਿਆਰ ਨੂੰ ਮਾਣਦੇ ਹਨ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਹੇ ਨਾਨਕ ਮੇਰੇ ਮਨ 'ਚ ਪਿਆਸ ਹੈ। ਗੁਰੂ ਮਹਾਰਾਜ ਕਹਿੰਦੇ ਹੇ ਪਰਮਾਤਮਾ ਮੇਰੇ ਮਨ 'ਚ ਪਿਆਸ ਦਾ ਇੱਥੇ ਮਤਲਬ ਪਾਣੀ ਦੀ ਨਹੀਂ ਹੈ, ਇੱਛਾ ਹੈ। ਮੇਰੇ ਮਨ ਦੀ ਇਹ ਇੱਛਾ ਹੈ ਹਰ ਦਰਸ਼ਨ ਕੋ ਮਨ ਲੋਚਦਾ। ਮੇਰਾ ਮਨ ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਇਹੀ ਮੇਰੇ ਮਨ ਦੀ ਇੱਛਾ ਹੈ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਣ। ਹੁਣ ਕਹਿੰਦੇ ਚੇਤ ਮਿਲਾਏ ਸੋ ਪ੍ਰਭੂ, ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ ਤਿਸ ਕੈ ਪਾਏ ਲੱਗਾ, ਮੈਂ ਉਹਦੇ ਚਰਨੀ ਲੱਗਾਂਗਾ। ਜਿਹੜਾ ਵੀ ਮੈਨੂੰ ਪਰਮਾਤਮਾ ਨਾਲ ਮਿਲਾ ਦੇ ਕਹਿੰਦੇ ਮੈਂ ਉਹਦੇ ਚਰਨੀ ਲੱਗਾਂਗਾ।
ਮੈਂ ਉਹਦੇ ਚਰਨ ਫੜਾਂਗਾ ਜਿਹੜਾ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ। ਇਸ ਲਈ ਚੇਤ ਦੇ ਮਹੀਨੇ 'ਚ ਤਰਲਾ ਕੀਤਾ, ਸਾਨੂੰ ਦੱਸਿਆ, ਪਹਿਲਾਂ ਦੱਸਿਆ ਕਿ ਅਸੀਂ ਦੁਖੀ ਕਿਉਂ ਹਾਂ, ਕਿਉਂਕਿ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਵਿਛੜੇ ਕਿਉਂ ਹਾਂ? ਕਿਰਤ ਕਰਮ, ਅਸੀਂ ਕਰਮ ਹੀ ਇਹੋ ਜਿਹੇ ਕੀਤੇ। ਅਸੀਂ ਕਰਮ ਪਰਮਾਤਮਾ ਦੀ ਮਰਜ਼ੀ ਦੇ ਵਿਰੁੱਧ ਕੀਤੇ, ਇਸ ਲਈ ਪ੍ਰਭੂ ਪਤੀ ਨੇ ਸਾਨੂੰ ਆਪਣੇ ਘਰੋਂ ਕੱਢਤਾ ਵੀ ਜਾ ਦਫਾ ਹੋ, ਮੈਂ ਨਹੀਂ ਤੈਨੂੰ ਰੱਖਦਾ। ਇਸ ਲਈ ਵਿਛੜ ਗਏ। ਫਿਰ ਦੁਖੀ ਹੋਏ, ਫਿਰ ਬੇਨਤੀ ਕੀਤੀ। ਫਿਰ ਗੁਰੂ ਨੇ ਕਿਹਾ ਭਾਈ ਚੰਗਾ, ਗੋਬਿੰਦ ਰਾਧੀ ਹੈ, ਚੰਗਾ ਪ੍ਰਭਾ ਦਾ ਨਾਮ ਜਪੋ, ਤੁਹਾਨੂੰ ਆਨੰਦ ਮਿਲੇਗਾ, ਪਰਮਾਤਮਾ ਤੁਹਾਡਾ ਮੇਲ ਹੋ ਜਾਏਗਾ। ਸੋ ਫਿਰ ਮਨੁੱਖ ਜਿਹੜਾ ਹੈ ਜਦੋਂ ਸ਼ੁਭ ਕਰਮ ਕਰਦਾ ਅਤੇ ਪਰਮਾਤਮਾ ਦਾ ਨਾਮ ਜਪਦਾ, ਅਤੇ ਤੀਸਰਾ ਪਰਮਾਤਮਾ ਅੱਗੇ ਬੇਨਤੀ ਕਰਦੇ ਸੱਚੇ ਪਾਤਸ਼ਾਹ ਆਪਣੇ ਨਾਮ ਮਿਲਾ ਲਓ। ਵਿਛੋੜੇ ਦਾ ਤਾਂ ਇੱਕੋ ਹੀ ਕਾਰਨ ਹੈ ਕਿ ਅਸੀਂ ਰੱਬ ਦਾ ਹੁਕਮ ਨਹੀਂ ਮੰਨਿਆ, ਆਪਣੀ ਮਰਜ਼ੀ ਕੀਤੀ, ਉਹਨੇ ਸਾਨੂੰ ਘਰੋਂ ਕੱਢਤਾ। ਜਦੋਂ ਮਨੁੱਖ ਆਪਣੀ ਮਰਜ਼ੀ ਕਰਦਾ ਫਿਰ ਹੀ ਚੋਰੀਆਂ ਕਰਦਾ, ਡਾਕੇ ਮਾਰਦਾ, ਠੱਗੀਆਂ ਕਰਦਾ, ਮਿਲਾਵਟਾਂ ਕਰਦਾ, ਧੋਖਾਧੜੀ ਕਰਦਾ, ਰਿਸ਼ਵਤਾਂ ਲੈਂਦਾ, ਮਕਾਨ ਦਬਦਾ, ਪਲਾਟ ਦਬਦਾ, ਨਸ਼ੇ ਕਰਦਾ, ਨਸ਼ੇ ਵੇਚਦਾ, ਬਦਫੈਲੀਆਂ ਕਰਦਾ ਹੈ, ਆਪਣੀ ਮਰਜ਼ੀ ਕਰਦਾ। ਪਰ ਗੁਰਬਾਣੀ 'ਚ ਇਹ ਕੰਮ ਕਰਨ ਲਈ ਕਿਤੇ ਵੀ ਨਹੀਂ ਲਿਖਿਆ ਹੋਇਆ। ਇਸ ਲਈ ਪਰਮਾਤਮਾ ਜਿਹੜੇ ਕੰਮਾਂ ਤੋਂ ਸਾਨੂੰ ਰੋਕਦਾ ਹੈ, ਅਸੀਂ ਉਹ ਨਹੀਂ ਰੁਕਦੇ, ਇਸ ਲਈ ਪਰਮਾਤਮਾ ਨਾਰਾਜ਼ ਹੋ ਜਾਂਦਾ ਹੈ। ਤੁਹਾਡਾ ਬੱਚਾ ਹੈ, ਤੁਸੀਂ ਉਹਨੂੰ ਕਹਿੰਦੇ ਭਾਈ 10 ਵਜੇ ਰਾਤ ਨੂੰ 10 ਵਜੇ ਤੋਂ ਬਾਅਦ ਘਰੋਂ ਬਾਹਰ ਨਾ ਜਾਇਆ ਕਰੋ, ਉਹ ਚਲਿਆ ਜਾਂਦਾ, ਫਿਰ ਤੁਸੀਂ ਨਾਰਾਜ਼ ਹੋਏਗੇ ਕਿ ਹੋਏਗੇ? ਇਸ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਦਾ ਆਖਾ ਨਹੀਂ ਮੰਨਦੇ, ਪਰਮਾਤਮਾ ਨਾਰਾਜ਼ ਹੋ ਕੇ ਸਾਨੂੰ ਆਪਣੇ ਨਾਲੋਂ ਵਿਛੋੜ ਦਿੰਦਾ ਹੈ। ਵਿਛੋੜੇ ਕਾਰਨ ਫਿਰ ਦੁੱਖ ਹੁੰਦਾ ਹੈ। ਜਦੋਂ ਅਸੀਂ ਬਹੁਤ ਦੁਖੀ ਹੋ ਜਾਂਦੇ ਹਾਂ, ਫਿਰ ਸਾਨੂੰ ਕੋਈ ਸਾਧੂ, ਕੋਈ ਗੁਰਮੁਖ ਪਿਆਰਾ ਗੁਰੂ ਮਿਲਦਾ ਹੈ, ਫਿਰ ਅਸੀਂ ਉਸ ਨੂੰ ਧਾਰਨ ਕਰਦੇ ਹਾਂ, ਫਿਰ ਸਾਨੂੰ ਨਾਮ ਦੀ ਦਾਤ ਦਿੰਦਾ ਹੈ। ਉਹ ਕਹਿੰਦਾ ਭਾਈ ਸਤਸੰਗ ਕਰਿਆ ਕਰੋ, ਨਾਮ ਜਪਿਆ ਕਰੋ, ਪਰਮਾਤਮਾ ਅੱਗੇ ਬੇਨਤੀਆਂ ਕਰਿਆ ਕਰੋ, ਸੱਚੇ ਪਾਤਸ਼ਾਹ ਮੈਂ ਮੂਰਖਤਾ ਕਾਰਨ ਤੇਰੇ ਤੋਂ ਵਿਛੜ ਗਿਆ, ਮੇਰੇ 'ਤੇ ਕਿਰਪਾ ਕਰ, ਆਪਣੇ ਨਾਲ ਮਿਲਾ ਲੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।